कि वो पलटा जरूर मारदी है। समय का गेड़ जिहड़ा ना जरूर घुमदा है। ये कुदरत का नियम है कि कई बारी इवें हुंदा है कि जिहड़ा बंदा वेखण नूं बहुत तंदुरुस्त लगदा है, सेहतमंद लगदा है, वो कई बारी मंजे ते पै जांदा है, ते जिहड़ा किते बंदा बीमार पिया हुंदा सदियां तो वो उठ के चलण लग पैंदा है। अमीर गरीब हो सकदा है ते गरीब अमीरी दी अवस्था दे विच आ जांदा है। जिहड़ा कदे पाप कर रहा हुंदा सी, जिहड़ा कदे मनुख विकारी हुंदा सी, वो रब नूं मिल जांदा है, ते जिहड़ा रब दे कोल रोज जांदा सी, वो बंदा भेद खुल्लण ते वो चोर निकलदा है, विकारी निकलदा है, पापी निकलदा है कई बारी। क्योंकि समय दा गेड़ अंदर दे हालत नूं जाणदा है। वो कुदरत फिर जदों अपना गेड़ घुमाउंदी है ते इस बंदे दे अंदर दा जिहड़ा भेद है वो खुलदा है। सो इस करके महाराज कहंदे फिर जदों भेद खुलदा है, ਉਹਦੇ अंदर ਦਾ भेद जाणिया ਜਾਂਦਾ है, ਤੇ ਉਹ ਮਨੁੱਖ ਦੀ ਹਾਲਤ ਫਿਰ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਕਿ ਉਹ ਜਿਵੇਂ ਗੁਰਬਾਣੀ ਕਹਿੰਦੀ ਨਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ। ਜਿੰਦ ਬਾਰ-ਬਾਰ ਤਪਦੀ ਹੈ, ਪਰ ਤਪਦੀ ਕਿਉਂ ਹੈ? ਕਾਰਨ ਕੀ ਹੈ? ਮੁੱਖ ਕਾਰਨ ਇਹ ਹੈ ਕਿ ਜਦੋਂ ਇਹਦੇ ਅੰਦਰ ਦਾ ਟਿਕਾਣਾ, ਜੋ ਇਹਦੇ ਅੰਦਰ ਦਾ ਭੇਦ ਜਦੋਂ ਖੁੱਲਦਾ ਹੈ, ਸੰਸਾਰ ਦੇ ਵਿੱਚ ਆਉਂਦਾ ਹੈ, ਤੇ ਫਿਰ ਇਹਨੂੰ ਮਰਨ ਨੂੰ ਥਾਂ ਨਹੀਂ ਲੱਭਦੀ। ਤੇ ਰੱਬ ਦਾ ਨਾਮ ਇੰਨੀ ਛੇਤੀ ਕਿੱਥੋਂ ਮਿਲ ਜਾਵੇ, ਕਿਉਂਕਿ ਢੰਗ ਹੀ ਨਹੀਂ ਸਿੱਖਿਆ ਸੀ ਅਜੇ ਤੱਕ। ਤੇ ਫਿਰ ਕੀ ਕਰਦਾ? ਫਿਰ ਤਪਦਾ ਹੈ ਅੰਦਰੋਂ ਅੰਦਰੀ। ਤਪ ਤਪ ਖਪੇ ਬਹੁਤ ਬੇਕਾਰ। ਪਰ ਉਹ ਤਪਣਾ, ਉਹਦੇ ਅੰਦਰ ਦੀ ਤਪਸ਼, ਉਹਦੇ ਅੰਦਰ ਦੀ ਤੜਪਣਾ तो कोई ਉਹਨੂੰ लाभ होएगा? कुछ नहीं। कहते बेकार, व्यर्थ है, कुछ लाभ नहीं है। तप तप खपे बहुत बेकार, जय तन बाणी विसर जाए। जिस तन दे विचों बाणी निकल जाती है, रब दा नाम निकल जाता है, जिहड़ा रब नूं भुल ही गया। ते कहते ज्यों पक्का रोगी बिल लाए। पक्के तो अर्थ हुंदा है कि जिवें ਕਿਸੇ ਸਰੀਰ ਨੂੰ ਲੰਬੇਰਾ ਰੋਗ ਲੱਗ ਗਿਆ ਹੋਵੇ, ਬਹੁਤ ਲੰਬਾ ਰੋਗ, ਜਿਹਦਾ ਇਲਾਜ ਦੀ ਕੋਈ ਦਵਾਈ ਨਾ, ਕੋਈ ਔਖਦ ਨਾ ਮਿਲ ਸਕੇ, ਜਾਂ ਜਿਹਦਾ ਇਲਾਜ ਹੀ ਨਾ ਹੋ ਸਕੇ, ਤੇ ਫਿਰ ਉਸ ਬੰਦੇ ਦੀ ਹਾਲਤ ਆਪਾਂ ਜਾਣ ਸਕਦੇ ਹਾਂ। ਕਿਉਂਕਿ ਜਦੋਂ ਅਸੀਂ ਕਿਸੇ ਵੀ ਵੈਦ ਕੋਲ ਜਾਂਦੇ ਹਾਂ ਤਾਂ ਸਾਨੂੰ ਹੌਸਲਾ ਦਿੰਦਾ ਵੀ ਸਾਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਜਾਂ 2 ਮਹੀਨਿਆਂ ਦੇ ਵਿੱਚ ਇਹਦਾ ਇਲਾਜ ਹੋਏਗਾ ਤੇ ਠੀਕ ਹੋ ਸਕਦਾ ਹੈ। ਪਰ ਜਦੋਂ ਉਹ ਵੈਦ ਕਹਿ ਦੇਵੇ ਵੀ ਦਵਾਈ ਦੇ ਸਕਦੇ ਆ, ਅੱਗੇ ਤਾਂ ਰੱਬ ਦਾ ਭਾਣਾ ਹੈ। ਹੁਣ ਉਸ ਬੰਦੇ ਨੇ ਜਿੰਨੇ ਇਹ ਗੱਲ ਸੁਣ ਲਈ, ਉਹ ਹੁਣ ਮੁਕਤੀ ਪਾਉਣਾ ਚਾਹੁੰਦਾ ਹੈ। ਮੁਕਤੀ ਪਾਉਣਾ ਚਾਹੁੰਦਾ ਵੀ ਮੈਂ ਇਸ ਸਰੀਰ ਤੋਂ ਮੁਕਤ ਹੋ ਜਾਵਾਂ, ਬਿਮਾਰੀ ਤੋਂ ਮੁਕਤ ਹੋ ਜਾਵਾਂ। ਤੇ ਹੌਲੀ ਹੌਲੀ ਫਿਰ ਜਦੋਂ ਉਹ ਬੰਦਾ ਇੰਨਾ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਤੇ ਹੌਲੀ ਹੌਲੀ ਉਹਦੇ ਦਿਮਾਗ ਦੇ ਉੱਪਰ, ਉਹਦੀ ਮਾਨਸਿਕਤਾ ਦੇ ਉੱਤੇ ਇੰਨਾ ਜ਼ਿਆਦਾ ਭਾਰ ਪੈ ਜਾਂਦਾ ਹੈ ਕਿ ਉਹ ਬੰਦਾ ਬੋਲ ਕਬੋਲ ਵੀ ਬੋਲਣ ਲੱਗ ਪੈਂਦਾ ਹੈ। ਉਹ ਬੰਦਾ ਬੋਲ ਕਬੋਲ, ਮੰਦੇ ਬੋਲ ਬੋਲਣ ਲੱਗ ਪੈਂਦਾ ਹੈ। ਚੰਗਾ ਮੰਦਾ ਆਪਣੇ ਪਰਿਵਾਰ ਨੂੰ ਹੀ ਆਖਦਾ, ਜਿਹੜੇ ਉਹਦੀ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਮੰਦਾ ਆਖਣ ਲੱਗ ਪੈਂਦਾ ਹੈ। ਸੋ ਇਵੇਂ ਹੀ ਜਿਹੜਾ ਬੰਦਾ ਰੱਬ ਦੀ ਇਬਾਦਤ ਛੱਡ ਦਿੰਦਾ ਹੈ, ਅਕਾਲ ਪੁਰਖ ਪਰਮਾਤਮਾ ਨੂੰ ਛੱਡ ਦਿੰਦਾ, ਵੈਸੇ ਮਹਿਸੂਸ ਨਹੀਂ ਹੁੰਦਾ, ਸਾਨੂੰ ਪਤਾ ਨਹੀਂ ਲੱਗਦਾ ਵੀ ਰੱਬ ਦੀ ਇਬਾਦਤ ਕਰਨ ਵਾਲਾ, ਪਰ ਜਦੋਂ ਉਹ ਬੋਲਦਾ ਹੈ ਬੰਦਾ, ਉਹਦੀ ਬੋਲੀ ਤੋਂ, ਉਹਦੇ ਵਿਚਾਰਾਂ ਤੋਂ ਪਤਾ ਲੱਗ ਜਾਂਦਾ ਕਿ ਹਾਂ ਇਹਦੇ ਕੋਲ ਪਰਮਾਤਮਾ ਦੇ ਨਾਮ ਦੀ ਕੋਈ ਚੀਜ਼ ਨਹੀਂ ਹੈ, ਪਰ ਕਿਸੇ ਵੱਲੋਂ ਖਪਿਆ ਹੋਇਆ ਹੈ, ਤਪਿਆ ਹੋਇਆ ਹੈ। ਤੇ ਕਈ ਵਾਰੀ ਉਹ ਬੰਦਾ ਮੁਖ ਤੋਂ ਹੀ ਕਹਿ ਦਿੰਦਾ ਜੀ ਗੁੱਸਾ ਕਿਸੇ ਹੋਰ ਤੇ ਸੀ ਪਰ ਨਿਕਲ ਤੇਰੇ ਤੇ ਗਿਆ। ਇਹਦਾ ਮੁੱਖ ਕਾਰਨ ਕੀ ਹੈ? ਇਹਦਾ ਮੁੱਖ ਕਾਰਨ ਇਹੀ ਹੈ ਕਿ ਉਹ ਬੰਦਾ ਜਿਹੜਾ ਹੈ ਉਹ ਕਿਸੇ ਚੀਜ਼ ਵੱਲੋਂ ਖਪਿਆ ਹੋਇਆ ਹੈ। ਕਿਸੇ ਕਾਰਨ ਕਰਕੇ ਉਹਦੇ ਅੰਦਰ ਦੇ ਤਪਸ਼ ਮਿਟ ਨਹੀਂ ਰਹੀ, ਉਹਦੇ ਅੰਦਰ ਨੇ ਜਿਹੜਾ ਤਪਣਾ ਹੈ ਉਹ ਬਣਿਆ ਰਹਿੰਦਾ ਹੈ। ਪਰ ਜਿਹੜੀ ਗੁਰਬਾਣੀ ਹੈ ਉਹ ਸਾਨੂੰ ਬਾਰ-ਬਾਰ ਇਹੀ ਸਮਝਾਉਂਦੀ ਹੈ ਕਿ ਵੇਖ, ਇੱਕ ਮਨੁੱਖ ਦੇ ਕਰਕੇ ਪੂਰੀ ਕੁਦਰਤ ਨੂੰ, ਪੂਰੇ ਸੰਸਾਰ ਨੂੰ ਮੰਨਦਾ ਨਹੀਂ ਆਖਿਆ ਜਾ ਸਕਦਾ। ਠੀਕ ਹੈ, ਇਹ ਰਸਨਾ ਮਿਥੀ ਹੈ। ਕਿਉਂ ਮਿਥੀ ਹੈ? ਕਿਉਂਕਿ ਗੁਰਬਾਣੀ ਨੇ ਕੁਝ ਸਾਨੂੰ ਗੱਲਾਂ ਦਿੱਤੀਆਂ ਨੇ। ਗੁਰਬਾਣੀ ਕਹਿੰਦੀ ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਸ ਮਨ ਉਪਜਿਓ, ਸਗਲੇ ਦੁਖ ਪਲਾਇਨ।
ਰੱਬ ਦਾ ਨਾਮ ਰਸਨਾ ਨਾਲ ਹੀ ਜਪਣਾ ਹੈ। ਜਪਣਾ ਤਾਂ ਜੀਭਾ ਦੇ ਨਾਲ ਹੀ ਹੈ, ਪਰ ਜਦੋਂ ਇਹ ਪ੍ਰਮਾਤਮਾ ਦਾ ਨਾਮ ਨਹੀਂ ਜਪੇਗੀ ਤੇ ਫਿਰ ਇਸ ਰਸਨਾ ਨੂੰ ਹੀ ਇਹੀ ਗੱਲ ਆਖੀ ਜਾਂਦੀ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਤੇਰੀ ਪਿਆਸ ਹੀ ਨਹੀਂ ਜਾਂਦੀ। ਕਿੰਨਾ ਕੁਝ ਖਾਂਦੀ ਹੈ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਇਹ ਸਾਰੇ ਰਸ ਭੋਗਦਾ ਹੈ ਤੂੰ। ਰਸ ਮਿੱਠਾ, ਕਹਿੰਦੇ ਰਸਕਸ ਮਿੱਠੇ ਖਾਣਾ ਹੈ ਤੂੰ, ਮਾਸ ਖਾਣਾ ਹੈ, ਮਿੱਠੇ ਰਸਕਸ ਖਾਣਾ ਹੈ, ਸਭ ਕੁਝ ਆਪਣੇ ਅੰਦਰ ਦੇ ਕਾਰਜ ਸ਼ੌਂਕ ਪੂਰੇ ਕਰਦਾ ਹੈ, ਪਰ ਰੱਬ ਦੀ ਇਬਾਦਤ ਤੇਰੇ ਅੰਦਰ ਹੈਗੀ ਨਹੀਂ। ਇਸ ਕਰਕੇ ਤੈਨੂੰ ਇਹ ਸਾਰੀ ਕੁਦਰਤ ਵੀ ਮਾੜੀ ਲੱਗਦੀ ਹੈ। ਅਕਾਲ ਪੁਰਖ ਪਰਮਾਤਮਾ ਜੀ ਦੀ ਬਣਾਈ ਹੋਈ ਸਾਰੀ ਸ੍ਰਿਸ਼ਟੀ ਮਾੜੀ ਲੱਗਦੀ ਹੈ। ਪਰ ਸਤਿਗੁਰੂ ਜੀ ਇੱਥੇ ਕੁਝ ਹੋਰ ਕਹਿੰਦੇ ਨੇ ਚਰਨ ਸਤ ਪਰਸਨਹਾਰ। ਅਕਾਲ ਪੁਰਖ ਪਰਮਾਤਮਾ ਜੀ ਦੇ, ਕਿਉਂਕਿ ਕੱਲ ਦੇ ਜਿਹੜਾ ਸ਼ਬਦ ਸੀਗਾ ਉਹ ਸੀਗੀ ਕਿ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਪਰਮਾਤਮਾ ਹੈਗਾ, ਪਰ ਜੇ ਪਰਮਾਤਮਾ ਹੈਗਾ ਪਰ ਇੱਕ ਗੱਲ ਨਾਲ ਇਹ ਵੀ ਦੱਸੀ ਸੀ ਮਹਾਰਾਜ ਜੀਆਂ ਨੇ, ਵੀ ਉਹਦੇ ਕੋਈ ਚਰਨ ਨਹੀਂ ਹੈਗੇ, ਉਹਦੇ ਕੋਈ ਹੱਥਾਂ ਦੀਆਂ ਲਕੀਰਾਂ ਨਹੀਂ ਹੈਗੀਆਂ, ਉਹਦਾ ਕੋਈ ਚੱਕਰ ਚੇਨ, ਕੋਈ ਸਰੀਰ ਨਹੀਂ ਹੈਗਾ। ਫਿਰ ਉਹਦੇ ਚਰਨ ਕਿਹੜੇ ਨੇ? ਚਰਨ ਹੈ ਗੁਰਮਤ, ਗੁਰੂ ਦਾ ਸ਼ਬਦ। ਸ਼ਬਦ ਅਕਾਲ ਪੁਰਖ ਪਰਮਾਤਮਾ ਜੀ ਦੇ ਚਰਨ, ਕਹਿੰਦੇ ਚਰਨ ਸਤ ਪਰਸਨਹਾਰ। ਤੇ ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਜੀਆਂ ਦੇ ਸ਼ਬਦ ਨੂੰ ਜਪਦੇ ਨੇ ਉਹ ਵੀ ਸਤ ਹੋ ਜਾਂਦੇ ਨੇ। ਇੱਕ ਉਹ ਨੇ ਜਿਨ੍ਹਾਂ ਨੇ ਰੱਬ ਦਾ ਨਾਮ ਨਹੀਂ ਜਪਿਆ, ਉਹ ਹੋ ਗਏ ਮਿਥਿਆ, ਪਰ ਜਿਨ੍ਹਾਂ ਨੇ ਜਪ ਲਿਆ, ਜਿਨ੍ਹਾਂ ਨੇ ਚਰਨ ਪਰਸਲੇ, ਕਹਿੰਦੇ ਨੇ ਉਹ ਸਤ ਹੋ ਗਏ। ਸਦੀਵ ਕਾਲ। ਹੁਣ ਸਤ ਤੇ ਅਸਤ ਦੇ ਵਿੱਚ ਫਰਕ ਕੀ ਹੈ? ਜੇ ਅਸੀਂ ਆਖੀਏ ਵੀ ਪਰਮਾਤਮਾ ਜੇ ਸਤ ਹੈ ਤਾਂ ਬੰਦਾ ਵੀ ਸਤ ਹੋ ਗਿਆ। ਸਤ ਤੋਂ ਭਾਵ ਹੈ ਰਹਿਣ ਵਾਲਾ। ਅਸਲ ਦੇ ਵਿੱਚ ਸਤ ਤੋਂ ਭਾਵ ਹੁੰਦਾ ਹੈ ਜਿਹੜਾ ਸਾਨੂੰ ਸੁਖਮਨੀ ਸਾਹਿਬ ਜੀ ਦੇ ਵਿੱਚ ਉਪਦੇਸ਼ ਹੈ ਕਿ ਸਰੀਰ ਤਾਂ ਇੱਕ ਮਿਥਿਆ ਹੋਇਆ ਹੈ, ਸਰੀਰ ਦੀ ਤਾਂ ਬੁਨਿਆਦ ਹੈ, ਇੰਨੇ ਤਾਂ ਖਤਮ ਹੋਣਾ ਹੀ ਹੋਣਾ ਹੈ, ਪਰ ਉਹ ਝੂਠਿਆਂ ਬੰਦਿਆਂ ਦੀ ਲਿਸਟ ਦੇ ਵਿੱਚੋਂ ਉਹ ਬੰਦਾ ਨਿਕਲ ਕੇ ਤੇ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜ ਗਿਆ ਤੇ ਉਹ ਸੱਚ ਹੋ ਗਿਆ। ਉਹ ਸੱਚੇ ਪਰਮਾਤਮਾ ਜੀ ਦੇ ਨਾਲ ਜੁੜ ਗਿਆ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ। ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ। ਕਹਿੰਦੇ ਨੇ ਸੱਚਾ ਮਨੁੱਖ ਨੂੰ ਤਾਂ ਹੀ ਆਖਿਆ ਜਾ ਸਕਦਾ ਜੇ ਉਹਦੇ ਅੰਦਰ ਹਿਰਦੇ ਦੇ ਵਿੱਚ ਸੱਚ ਹੋਵੇ, ਜਾਂ ਹਿਰਦੇ ਸੱਚਾ, ਹਿਰਦੇ ਦੇ ਵਿੱਚੋਂ ਵੀ ਸੱਚਾ ਹੋਵੇ। ਕੂੜ ਕੀ ਮਲ ਉਤਰੇ, ਜਿਹੜੀ ਝੂਠ ਦੀ ਮਲ ਉਹਨੂੰ ਲੱਗੀ ਹੋਈ ਨਾ ਉਹ ਉਤਾਰ ਦਿੰਦਾ। ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਤੋਏ। ਕਹਿੰਦੇ ਨੇ ਫਿਰ ਤਨ ਵੀ ਹੱਛਾ ਹੋ ਜਾਂਦਾ ਹੈ, ਕਿਉਂਕਿ ਜੇ ਕੂੜ ਦੀ ਮਲ ਅੰਦਰੋਂ ਧੋਤੀ ਤੇ ਤਨ ਹੱਛਾ ਕਿਵੇਂ ਹੋ ਗਿਆ? ਤਨ ਕਿਵੇਂ ਹੱਛਾ ਹੋ ਗਿਆ? ਅੰਦਰ ਸਾਨੂੰ ਪਤਾ ਹੈ ਕਿ ਅੰਦਰ ਸਾਡੀ ਬਿਰਤੀ ਕਿਹੋ ਜੀ ਹੈ, ਸਾਡਾ ਮਨ ਕਿਹੋ ਜਿਹਾ ਹੈ। ਸਾਡਾ ਮਨ ਵਿਕਾਰ ਚਿਤਵਦਾ ਹੈ ਜਾਂ ਪ੍ਰਮਾਤਮਾ ਦਾ ਨਾਮ ਚਿਤਵਦਾ ਹੈ। ਪਰ ਜਿਹੜੇ ਨੇਤਰ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਹੈਗਾ, ਬਿਲਕੁਲ ਕੋਈ ਕਸੂਰ ਨਹੀਂ ਹੈਗਾ। ਇਹਨਾਂ ਦਾ ਕੰਮ ਹੀ ਵੇਖਣਾ ਹੈ, ਇਹਨਾਂ ਦਾ ਤਾਂ ਕੰਮ ਵੇਖਣਾ ਹੈ, ਇਹਨਾਂ ਦਾ ਕੋਈ ਕਸੂਰ ਨਹੀਂ ਹੈ। ਇਵੇਂ ਹੀ ਹੱਥਾਂ ਦਾ ਕੰਮ ਕਿਰਤ ਕਰਨੀ ਹੈ, ਇਹਨਾਂ ਦਾ ਵੀ ਕੋਈ ਕਸੂਰ ਨਹੀਂ ਹੈ। ਪੈਰਾਂ ਦਾ ਕੰਮ ਜਿਹੜਾ ਹੈ ਉਹ ਚੱਲਣਾ ਹੈ, ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੈ। ਜੀਭਾ ਦਾ ਕੋਈ ਕਸੂਰ ਨਹੀਂ ਹੈ। ਕਸੂਰ ਫਿਰ ਕਿਸ ਚੀਜ਼ ਦਾ ਹੈ? ਕਸੂਰ ਉਸ ਚੀਜ਼ ਦਾ ਹੈ ਜਿਹੜਾ ਅੰਦਰ ਤੇਰੇ ਵਿਚਾਰਾਂ ਨੂੰ ਵਲਵਲੇ ਬਣਾਉਂਦਾ ਹੈ, ਜਿਹਨੂੰ ਮਨ ਆਖਿਆ ਜਾਂਦਾ ਹੈ। ਉਹ ਮਨ ਜਿਹੜਾ ਹੈ ਨਾ, ਉਹ ਮਨ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਜਦੋਂ ਅਸੀਂ ਬਾਣੀ ਪੜ੍ਹਨ ਲੱਗਦੇ ਹਾਂ, ਰੱਬ ਦੀ ਇਬਾਦਤ ਕਰਦੇ ਹਾਂ ਤੇ ਬਾਣੀ ਪੜ੍ਹਦੇ ਹਾਂ, ਸਾਡੇ ਅੰਦਰ ਬੜੀਆਂ ਗੱਲਾਂ ਚੇਤੇ ਆਉਂਦੀਆਂ ਨੇ। ਸਾਨੂੰ ਇਦਾਂ ਹੀ ਹੁੰਦਾ ਹੈ ਨਾ, ਸਾਰਾ ਕੁਝ ਚੇਤਾ ਆ ਜਾਂਦਾ ਹੈ। ਜਿੱਥੇ ਪੈਸੇ ਦਿੱਤੇ ਨੇ, ਜਿਹਨੂੰ ਲਏ, ਜਾਂ ਹੋਰ ਕੋਈ ਕੰਮ ਕਿਹੜੇ ਕਰਨੇ ਨੇ ਕਿਹੜੇ ਨਹੀਂ ਕਰਨੇ, ਉਹ ਸਾਰੇ ਚੱਲਣ ਲੱਗ ਪੈਂਦੇ ਨੇ। ਹੁਣ ਉੱਥੇ ਕਿਸੇ ਦਾ ਕਸੂਰ ਨਹੀਂ ਹੈਗਾ, ਉੱਥੇ ਕਸੂਰ ਕਿਸੇ ਦਾ ਵੀ ਨਹੀਂ ਹੈਗਾ। ਕਿਉਂਕਿ ਉਹ ਸਾਡੇ ਅੰਦਰ ਦੀ ਮਸ਼ੀਨਰੀ ਹੈ। ਜੇ ਮੰਨ ਕੇ ਚੱਲੋ ਵੀ ਉਹ ਜਦੋਂ ਵੀ ਅਸੀਂ ਘਰੇ ਵੀ ਬੈਠੇ ਹੋਵਾਂਗੇ ਨਾ, ਘਰੇ ਬਹਿ ਕੇ ਭਾਵੇਂ ਸਾਡੇ ਹੱਥ ਦੇ ਵਿੱਚ ਗੁਟਕਾ ਸਾਹਿਬ ਨਾ ਹੋਵੇ, ਭਾਵੇਂ ਅਸੀਂ ਮੋਬਾਈਲ ਹੱਥ ਦੇ ਵਿੱਚ ਨਾ ਫੜਿਆ ਹੋਵੇ,
ਬਿਲਕੁਲ ਵਿਹਲੇ ਹੋ ਕੇ ਤੇ ਬੈਠ ਜਾਈਏ ਨਾ, ਤੇ ਤਦੋਂ ਵੀ ਸਾਡੇ ਅੰਦਰ ਇਹ ਸਾਰੀਆਂ ਗੱਲਾਂ ਆਉਣ ਲੱਗ ਪੈਂਦੀਆਂ ਨੇ, ਸਾਰੇ ਕੰਮ ਜਿਹੜੇ ਨੇ ਚੇਤੇ ਆਉਣ ਲੱਗ ਪੈਂਦੇ ਨੇ। ਉਹਦਾ ਮੁੱਖ ਕਾਰਨ ਹੈ ਕਿ ਜਿਹੜਾ ਆ ਸਾਡਾ ਦਿਮਾਗ ਹੈ, ਇਹਦਾ ਕੰਮ ਹੀ ਇਹ ਹੈ ਕਿ ਜਿਹੜੀ ਭੁੱਲ ਚੁੱਕੀ ਚੀਜ਼ ਹੈ ਉਹਨੂੰ ਚੇਤੇ ਕਰਨਾ, ਤੇ ਜਿਹੜਾ ਆਉਣ ਵਾਲਾ ਕੰਮ ਆ ਉਹਦੇ ਬਾਰੇ ਸੋਚਣਾ, ਇਹਦਾ ਇਹ ਕੰਮ ਹੈ। ਤੇ ਜੇ ਇਹ ਕੰਮ ਨਹੀਂ ਕਰੇਗਾ ਤੇ ਜਿਹੜੀ ਚੀਜ਼ ਅਸੀਂ ਇੱਕ ਵਾਰੀ ਰੱਖ ਲਈ ਦੁਬਾਰਾ ਸਾਨੂੰ ਚੇਤੇ ਨਾ ਆਵੇਗੀ, ਤੇ ਸਾਡੀ ਹਾਲਤ ਕਿਵੇਂ ਦੀ ਹੋ ਜਾਏਗੀ। ਮੰਨ ਲਓ ਵੀ ਜੇ ਇਹ ਦਿਮਾਗ ਕੰਮ ਨਾ ਕਰੇ, ਬੱਚੇ ਆਪਣੇ ਮਾਪੇ ਭੁੱਲ ਜਾਣਗੇ, ਇਵੇਂ ਹੋਏਗਾ ਨਾ। ਅਸੀਂ ਆਪਣਾ ਘਰ ਹੀ ਭੁੱਲ ਜਾਵਾਂਗੇ, ਸਾਨੂੰ ਪਤਾ ਹੀ ਨਹੀਂ ਲੱਗੇਗਾ ਵੀ ਅਸੀਂ ਜਾਣਾ ਕਿੱਥੇ, ਕਿੱਥੋਂ ਆਏ, ਕੌਣ। ਸੰਸਾਰ ਇੱਕ ਨਰਕ ਵਰਗਾ ਬਣ ਜਾਏਗਾ, ਫਿਰ ਕੋਈ ਕਿੱਧਰ ਨੂੰ ਤੁਰਿਆ ਫਿਰੇਗਾ, ਕੁਝ ਪਤਾ ਨਹੀਂ ਹੋਏਗਾ। ਇਹਦਾ ਕੰਮ ਹੀ ਇਹ ਹੈ। ਤੇ ਜੇ ਅਸੀਂ ਆਖੀਏ ਵੀ ਨਹੀਂ, ਜਦੋਂ ਅਸੀਂ ਬਾਣੀ ਪੜ੍ਹਦੇ ਆਂ ਤਾਂ ਮਨ ਬਿਲਕੁਲ ਸ਼ਾਂਤ ਹੋ ਜਾਵੇ, ਸ਼ਾਂਤ ਕਿਵੇਂ ਹੋਏਗਾ। ਦਿਮਾਗ ਦਾ ਕੰਮ ਹੈ, ਉਹਨੇ ਘੁਮਾਈ ਜਾਣੀ ਗੇੜ, ਸਮੇਂ ਦਾ ਗੇੜ ਘੁਮਾਈ ਜਾਣਾ, ਕੋਈ ਚੀਜ਼ ਚੇਤੇ ਕਰਨੀ ਹੈ, ਕੋਈ ਚੀਜ਼ ਉਹਨੇ ਆਉਣ ਬਾਰੇ, ਸਮੇਂ ਬਾਰੇ ਸੋਚਣਾ ਹੈ। ਪਰ ਸਾਡਾ ਮੁੱਖ ਕਾਰਨ ਇਹ ਜਿਹੜਾ ਅਸੀਂ ਸ਼ਬਦ ਪੜ੍ਹਦੇ ਪਏ ਹਾਂ, ਉਸ ਸ਼ਬਦ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੀ ਕਰਨਾ ਹੈ। ਜਿਵੇਂ ਮਹਾਰਾਜ ਦੀ ਗੁਰਬਾਣੀ ਕਹਿੰਦੀ ਹੈ ਕਿ ਜਦੋਂ ਵੀ ਰੱਬ ਦਾ ਨਾਮ ਜਪਣਾ ਹੈ, ਜਦੋਂ ਵੀ ਅਕਾਲ ਪੁਰਖ ਪਰਮਾਤਮਾ ਜੀ ਦੀ ਇਬਾਦਤ ਕਰਨੀ ਹੈ, ਉਦੋਂ ਮਨ ਦੇ ਵਿੱਚ ਕੋਈ ਵਸਤੂ ਰੱਖਣੀ ਨਹੀਂ ਹੈ, ਉਹ ਸਾਰੀਆਂ ਵਸਤੂਆਂ ਬਾਹਰ ਕੱਢ ਦੇਣੀਆਂ ਨੇ, ਤਾਂ ਹੀ ਜਾ ਕੇ ਪਰਮਾਤਮਾ ਦਾ ਨਾਮ ਤੇਰੇ ਹਿਰਦੇ ਦੇ ਵਿੱਚ ਸਮਾ ਸਕਦਾ ਹੈ। ਹੁਣ ਵਸਤੂਆਂ ਕਿਹੜੀਆਂ ਕੱਢਣੀਆਂ ਨੇ? ਵਸਤੂਆਂ ਕਾਮ, ਕ੍ਰੋਧ, ਅਹੰਕਾਰ, ਲੋਭ, ਮੋਹ। ਜਦੋਂ ਅਸੀਂ ਪਾਠ ਕਰਦੇ ਹੁੰਦੇ ਹਾਂ ਵੀ ਸਾਡਾ ਧਿਆਨ ਫਿਰ ਗੁਟਕਾ ਸਾਹਿਬ ਦੇ ਵਿੱਚ ਹੀ ਹੋਵੇ, ਇਹ ਨਾ ਹੋਵੇ ਕਿ ਇੱਧਰ ਵੀ ਵੇਖ ਲਿਆ ਤੇ ਇੱਧਰ ਵੀ ਵੇਖ ਲਿਆ। ਏਦਾਂ ਹੁੰਦਾ ਨਾ, ਹੱਥ ਦੇ ਵਿੱਚ ਗੁਟਕਾ ਸਾਹਿਬ ਫੜਿਆ ਹੁੰਦਾ, ਆਪਾਂ ਇੱਧਰ ਉੱਧਰ ਦੇਖਦੇ ਹਾਂ। ਅੱਖਾਂ ਦਾ ਕੰਮ ਦੇਖਣਾ, ਇਹਨਾਂ ਦਾ ਕੋਈ ਕਸੂਰ ਨਹੀਂ ਹੈ, ਇਹਨਾਂ ਦਾ ਵਿਚਾਰੀਆਂ ਦਾ ਕੋਈ ਕਸੂਰ ਨਹੀਂ ਹੈ। ਇਹ ਬੰਦੇ ਦੇ ਕਰਕੇ ਜਿਹੋ ਜੀ ਬਿਰਤੀ ਬਣ ਗਈ। ਹੁਣ ਅੱਖਾਂ ਦੂਜੇ ਇਨਸਾਨ ਦੇ ਵਿੱਚ ਵੀ ਚਲੀਆਂ ਜਾਂਦੀਆਂ ਨੇ। ਕਈ ਵਾਰੀ ਇਨਸਾਨ ਤੁਰ ਜਾਵੇ ਸੰਸਾਰ ਦੇ ਵਿੱਚੋਂ, ਤਾਂ ਉਹਦੇ ਜਿਹੜੇ ਸਰੀਰ ਦੇ ਕੁਝ ਅੰਗ ਨੇ ਉਹ ਅਸੀਂ ਦੂਜੇ ਸਰੀਰ ਦੇ ਵਿੱਚ ਪਾ ਸਕਦੇ ਆ। ਹੁਣ ਪਤਾ ਥੋੜੀ ਲੱਗਦਾ ਵੀ ਉਹ ਜਿਹੜਾ ਦਿਲ ਸੀਗਾ, ਦਿਲ ਜਿਹੜਾ ਕਿਸੇ ਦੂਜੇ ਇਨਸਾਨ ਨੂੰ ਦਿੱਤਾ ਗਿਆ, ਉਹ ਕਿਤੇ ਚੋਰ ਦਾ ਸੀਗਾ। ਹੁਣ ਜੇ ਸਾਧ ਬੰਦੇ ਦੇ ਵਿੱਚ ਪੈ ਜੇ ਤੇ ਉਹਦੀ ਜਿਹੜੀ ਬਿਰਤੀ ਹੈ ਉਹ ਸਾਧ ਹੀ ਰਹਿਣੀ ਹੈ, ਉਹਨੇ ਚੋਰ ਥੋੜੀ ਬਣ ਜਾਣਾ ਹੈ। ਇਸ ਕਰਕੇ ਉਹ ਦਿਲ ਦਾ ਕੋਈ ਕਸੂਰ ਨਹੀਂ ਹੈ, ਉਹਨੇ ਆਪ ਦਾ ਕੰਮ ਕੀਤਾ। ਕਸੂਰ ਉਸ ਬੰਦੇ ਦੀ ਬਿਰਤੀ ਦਾ ਹੈ, ਉਸ ਅੰਦਰ ਦੀ ਜਿਹੜੀ ਚਾਲ ਚੱਲਦਾ ਪਿਆ ਨਾ, ਉਹਦਾ ਕਸੂਰ ਹੈ। ਤੇ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਰੱਬ ਦੇ ਚਰਨ ਪਰਸ ਲੈਂਦਾ ਹੈ, ਗੁਰਮਤਿ ਧਾਰਨ ਕਰ ਲੈਂਦਾ ਹੈ, ਗੁਰੂ ਦੀ ਮੱਤ ਅਨੁਸਾਰ ਚੱਲਣ ਲੱਗ ਪੈਂਦਾ, ਉਹਦਾ ਜਿਹੜਾ ਅੰਦਰ ਹੈ, ਉਹਦੀ ਜਿਹੜੀ ਆਤਮਾ ਹੈ ਉਹ ਸੱਤ ਹੋ ਜਾਂਦੀ ਹੈ, ਸੱਚੀ ਹੋ ਜਾਂਦੀ ਹੈ। ਫਿਰ ਤੇ ਜਦੋਂ ਅੰਦਰ ਸੱਚਾ ਹੋ ਗਿਆ, ਕੂੜ ਕੀ ਮਲ ਉਤਰੇ, ਕੂੜ ਦੀ ਝੂਠ ਦੀ ਮਲ ਉਤਰ ਗਈ, ਤਨ ਕਰੇ ਹੱਛਾ ਧੋਏ। ਅੰਦਰ ਹੀ ਗੰਦਗੀ ਨਹੀਂ ਹੋਏਗੀ ਤੇ ਸਰੀਰ ਕਿਵੇਂ ਗੰਦਗੀ ਭੋਗੇਗਾ। ਸਾਡੇ ਅੰਦਰ ਮੈਲ ਹੈ, ਅਸੀਂ ਤਾਂ ਦੇਖਿਆ। ਸਾਡੇ ਅੰਦਰ ਮੈਲ ਸੀ, ਅਸੀਂ ਕੰਨਾਂ ਨਾਲ ਨਿੰਦਿਆ ਸੁਣ ਲਈ। ਫਿਰ ਜਿਹੋ ਜਿਹੀ ਅੰਦਰ ਚਿਤਵਣੀ ਹੋਈ, ਸਰੀਰ ਨੇ ਉਹ ਚਿਤਵਣੀ ਨੂੰ ਕਰਨ ਦਾ ਕੰਮ ਕੀਤਾ, ਉਹੋ ਜਿਹੀ ਕਰਮ ਕਰਨ ਦਾ ਜਿਹੜਾ ਕੰਮ ਕੀਤਾ ਸਰੀਰ ਨੇ। ਸਾਡਾ ਮਨ ਕਰਦਾ ਸੀ, ਸਾਨੂੰ ਭੁੱਖ ਲੱਗੀ ਤੇ ਮਨ ਨੇ ਕੀ ਕੀਤਾ, ਹੱਥਾਂ ਨੂੰ ਚਲਾਉਣ ਵਾਸਤੇ ਪ੍ਰੇਰਿਤ ਕੀਤਾ ਵੀ ਐਵੇਂ ਆਪਾਂ ਬੁਰਕੀ ਤੋੜਨੀ ਹੈ, ਐਵੇਂ ਆਟਾ ਗੁੰਨਣਾ ਹੈ, ਸਾਰਾ ਕੁਝ ਕਰਕੇ ਫਿਰ ਮੂੰਹ ਦੇ ਵਿੱਚ ਰੋਟੀ ਪਾਉਣੀ ਹੈ। ਇਹਨਾਂ ਤੇ ਆਪਦਾ ਕਰਮ ਕਰ ਲਿਆ। ਅੰਦਰ ਨੇ ਜਦੋਂ ਅੰਦਰ ਦੀ ਬਿਰਤੀ ਨੇ ਫਿਰ ਸਕੀਮ ਬਣਾਈ ਐਵੇਂ ਐਵੇਂ। ਇਸ ਕਰਕੇ ਅੰਦਰ ਬਿਰਤੀ ਜਿਹੜੀ ਹੈ ਉਹ ਫਿਰ ਜਦੋਂ ਭਿਆਨਕ ਕਰਮ ਸੋਚਦੀ ਹੈ, ਕਰਦੀ ਹੈ, ਫਿਰ ਇਹ ਸਰੀਰ ਕਰਨ ਲੱਗ ਪੈਂਦਾ ਹੈ। ਬਿਰਤੀ ਕਰਕੇ ਇਹ ਸਰੀਰ ਵੀ ਮਾੜਾ ਹੋ ਗਿਆ। ਜਦੋਂ ਕਿ ਸਰੀਰ ਦੇ ਇੰਦਰੇ ਇਹ ਮਾੜੇ ਨਹੀਂ ਹਨ, ਇਹਨਾਂ ਦੇ ਨਾਲ ਸੰਸਾਰ ਦੀ ਉਤਪਤੀ ਹੈ, ਸੰਸਾਰ ਚੱਲਦਾ ਹੈ, ਸੰਸਾਰ ਦਾ ਕਾਰਜ ਵਿਹਾਰ ਅਸੀਂ ਕਰ ਸਕਦੇ ਹਾਂ, ਇੱਥੋਂ ਜਾ ਕੇ ਦੂਜੇ ਥਾਂ ਤੇ ਪਹੁੰਚ ਸਕਦੇ ਹਾਂ। ਅੱਖਾਂ ਨਾਲ ਦੇਖਦੇ ਇਹਨਾਂ ਦਾ ਤੇ ਗੁਨਾਹ ਹੀ ਕੋਈ ਨਹੀਂ ਹੈ, ਗੁਨਾਹ ਅੰਦਰ ਦੀ ਬਿਰਤੀ ਦਾ ਹੋ ਗਿਆ, ਅੰਦਰ ਦੇ ਕਰਮਾਂ ਦਾ ਹੋ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਚਰਨ ਸਤ ਸਤ ਪਰਸਨਹਾਰ, ਜਿਨ੍ਹਾਂ ਨੇ ਚਰਨ ਪਰਮਾਤਮਾ ਜੀ ਦੇ ਪਰਸਲੇ, ਉਹਨਾਂ ਦਾ ਅੰਦਰ ਟਿਕ ਗਿਆ, ਉਹ ਸਦਾ ਹੀ ਪਰਮਾਤਮਾ ਦੇ ਨਾਲ ਸਤ ਹੋ ਗਏ, ਲੀਨ ਹੋ ਗਏ। ਕਿਉਂਕਿ ਪਰਮਾਤਮਾ ਸਤ ਹੈ, ਉਹ ਸੱਚਾ ਹੈ। ਤੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਹੁਣ ਇਸ ਗੁਰਬਾਣੀ ਦੇ ਅਰਥਾਂ ਦਾ ਅਸੀਂ ਕੀ ਕਰਾਂਗੇ, ਇਹਦਾ ਮਤਲਬ, ਇਹਦਾ ਸ਼ਬਦ ਦਾ ਅਰਥ ਕੀ ਹੈ? ਜਿਵੇਂ ਪਾਣੀ ਦੇ ਨਾਲ ਮਿਲ ਕੇ ਪਾਣੀ ਪਵਿੱਤਰ ਹੋ ਜਾਂਦਾ ਹੈ,
ਹੁਣ ਪਾਣੀ ਦੇ ਵਿੱਚ ਜਦੋਂ ਪਾਣੀ ਮਿਲ ਜਾਵੇ ਤੇ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ। ਕਦੀ ਹੋ ਸਕਦਾ ਹੈ ਕਿ ਪਾਣੀ ਮਿਲ ਗਿਆ ਹੋਵੇ ਤਾਂ ਉਸ ਤੋਂ ਬਾਅਦ ਅਸੀਂ ਇਹ ਕਹਿ ਦਈਏ ਕਿ ਆਹ ਪਾਣੀ ਵੱਖਰਾ ਹੈ, ਇਹ ਪਾਣੀ ਵੱਖਰਾ ਹੈ, ਕਿਉਂਕਿ ਜੇ ਪਾਣੀ ਦਾ ਰੰਗ ਵੱਖਰਾ ਵੱਖਰਾ ਹੋ ਸਕਦਾ ਹੈ, ਪਰ ਜਦੋਂ ਉਹਨਾਂ ਨੂੰ ਇਕੱਠਿਆਂ ਕੀਤਾ ਜਾਵੇਗਾ ਜਾਂ ਤਾਂ ਦੂਜਾ ਪਾਣੀ ਜਿਹੜਾ ਹੈ ਉਹ ਵੀ ਉਹਨੂੰ ਰੰਗ ਤਾਂ ਆਪਣੀ ਦੇ ਦੇਗਾ, ਤੇ ਜਾਂ ਪਵਿੱਤਰ ਪਾਣੀ ਜਿਹੜਾ ਹੈ, ਕਈ ਵਾਰੀ ਮਿੱਟੀ ਬੈਠ ਜਾਵੇ ਤੇ ਉਹ ਪਾਣੀ ਜਿਹੜਾ ਨਾ, ਪਾਣੀ ਦੇ ਵਿੱਚ ਮਿੱਟੀ ਮਿਲਾਈ ਜਾਵੇ, ਪਾਣੀ ਸਾਰਾ ਗੰਦਾ ਹੋ ਜਾਂਦਾ ਹੈ, ਪਰ ਕੁਝ ਸਮੇਂ ਬਾਅਦ ਉਹ ਮਿੱਟੀ ਜਿਹੜੀ ਹੈ ਮਿੱਟੀ ਬਹਿ ਜਾਂਦੀ ਹੈ, ਪਾਣੀ ਇਕੱਲਾ ਰਹਿ ਜਾਂਦਾ ਹੈ। ਫਿਰ ਉਸ ਤੋਂ ਬਾਅਦ ਕਿਹੜੇ ਪਾਣੀ ਦੀ ਪਛਾਣ ਅਸੀਂ ਕਰ ਸਕਦੇ ਹਾਂ, ਮਿੱਟੀ ਵਾਲਾ ਪਾਣੀ ਕਿਹੜਾ ਸੀ ਤੇ ਸਾਫ਼ ਪਾਣੀ ਕਿਹੜਾ ਸੀ, ਜਦੋਂ ਇਕੱਠੇ ਹੋ ਗਏ। ਇਵੇਂ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਰਾਮ ਕਬੀਰਾ ਏਕ ਪੈ ਹੈ, ਕੋ ਨਾ ਸਕੇ ਪਛਾਨੀ, ਕੋਈ ਪਛਾਣ ਨਹੀਂ ਸਕਦਾ। ਭੱਟ ਸਾਹਿਬਾਨ ਕਹਿੰਦੇ ਨੇ, ਭੰਨ ਮਥਰਾ ਕੱਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਸਾਹਿਬ ਜੀ ਅਕਾਲ ਪੁਰਖ ਪਰਮਾਤਮਾ ਜੀ ਦਾ ਰੂਪ ਹਨ। ਹੁਣ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਦਰਜ ਕਰ ਦਿੱਤਾ। ਇੱਕ ਪਾਸੇ ਗੁਰੂ ਨਾਨਕ ਸਾਹਿਬ ਜੀਆਂ ਨੇ ਆਖਿਆ ਵੀ ਉਹਦੀ ਕੋਈ ਮੂਰਤ ਨਹੀਂ ਹੈਗੀ, ਅਕਾਲ ਮੂਰਤ, ਪਰ ਭੱਟ ਸਾਹਿਬਾਨ ਕਹਿੰਦੇ ਨੇ ਗੁਰੂ ਅਰਜਨ ਪ੍ਰਤੱਖ ਹਰ ਹੈ। ਸਰੀਰ ਜਿਹੜਾ ਹੈ ਗੁਰੂ ਅਰਜਨ, ਉਹ ਤਾਂ ਸਰੀਰ ਹੈ ਇੱਕ। ਗੁਰੂ ਅਰਜਨ ਸਾਹਿਬ ਜੀ ਇੱਕ ਸਰੀਰ ਨੇ, ਉਹਨਾਂ ਨੇ ਮਾਤਾ ਦੇ ਉਦਰ ਤੋਂ ਜਨਮ ਲਿਆ ਹੈ, ਉਹਨਾਂ ਦਾ ਪਿਤਾ ਵੀ ਹੈਗਾ ਹੈ, ਉਹਨਾਂ ਦੀ ਮਾਤਾ ਵੀ ਹੈ, ਪਿਤਾ ਗੁਰੂ ਰਾਮਦਾਸ ਜੀ, ਮਾਤਾ ਬੀਬੀ ਭਾਨੀ ਜੀ। ਪਰ ਜਿਹੜਾ ਰੱਬ ਹੈ ਉਹਦਾ ਨਾ ਕੋਈ ਮਾਂ ਹੈ, ਨਾ ਕੋਈ ਉਹਦਾ ਪਿਤਾ ਹੈ। ਫਿਰ ਗੁਰੂ ਅਰਜਨ ਸਾਹਿਬ ਜੀ ਪ੍ਰਤੱਖ ਹਰ, ਅੰਦਰ ਦੀ ਬਿਰਤੀ ਪ੍ਰਤੱਖ ਹੈ, ਅੰਦਰ ਦੀ ਬਿਰਤੀ ਪ੍ਰਤੱਖ ਹਰ ਵਰਗੀ ਹੈ। ਪ੍ਰਤੱਖ ਹਰ ਕਿਵੇਂ? ਪਰਮਾਤਮਾ ਜਿਹੜਾ ਹੈ ਉਹ ਸਾਨੂੰ ਸਿੱਧੀ ਰੋਟੀ ਨਹੀਂ ਦਿੰਦਾ, ਸਿੱਧਾ ਆਣ ਕੇ ਕੋਈ ਥਾਲੀ ਦੇ ਵਿੱਚ ਪਰੋਸ ਕੇ ਨਹੀਂ ਦਿੰਦਾ। ਉਹਨੇ ਕੀ ਕੀਤਾ ਵੀ ਅਸੀਂ ਧਰਤੀ ਦੇ ਵਿੱਚ ਇੱਕ ਬੀਜ ਬੀਜਿਆ, ਉਹਦੇ ਵਿੱਚੋਂ ਸਾਨੂੰ ਕਿੰਨੇ ਬੀਜ ਮਿਲ ਗਏ। ਫਿਰ ਇਹ ਜਿਹੜੇ ਪੰਜ ਤੱਤ ਨੇ, ਪੰਜ ਤੱਤ, ਇਹਨਾਂ ਦੇ ਵਿੱਚੋਂ ਫਿਰ ਸਾਰਾ ਕੁਝ ਸਾਨੂੰ ਮਿਲਿਆ, ਹਵਾ, ਪਾਣੀ, ਅੱਗ। ਔਰ ਜਦੋਂ ਅਸੀਂ ਭੋਜਨ ਤਿਆਰ ਕਰਦੇ ਹਾਂ, ਸਾਰੀਆਂ ਚੀਜ਼ਾਂ ਉਹਦੇ ਵਿੱਚ ਹੁੰਦੀਆਂ ਨੇ। ਅਸੀਂ ਆਟੇ ਨੂੰ ਗੁੰਨਿਆ ਪਾਣੀ ਦੇ ਨਾਲ, ਪਾਣੀ ਤੋਂ ਬਾਅਦ ਫਿਰ ਗੁੰਨ ਕੇ ਅਸੀਂ ਉਹਨੂੰ ਅੱਗ ਦੇ ਉੱਤੇ ਪਕਾਇਆ, ਪਕਾ ਕੇ ਉਹਨੂੰ ਖਾਧਾ। ਫਿਰ ਖਾਧਾ, ਖਾਣ ਤੋਂ ਬਾਅਦ ਕਹਿੰਦੇ ਨੇ ਉਹ ਸਰੀਰ ਦੇ ਵਿੱਚ ਗਿਆ ਸਾਡੇ, ਤੇ ਸਾਨੂੰ ਕੁਝ ਨਵਾਂ ਜੀਵਨ ਮਿਲਿਆ। ਪ੍ਰਤੱਖ ਹਾਰ ਇਸ ਕਰਕੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵੀ ਜਿਵੇਂ ਅਕਾਲ ਪੁਰਖ ਪ੍ਰਮਾਤਮਾ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ, ਗੁਰੂ ਅਰਜਨ ਸਾਹਿਬ ਜੀ ਸਭ ਦਾ ਭਲਾ ਕਰਦੇ ਨੇ, ਕਦੀ ਕਿਸੇ ਨੂੰ ਮੰਦਾ ਹੀ ਨਹੀਂ ਕਹਿੰਦੇ। ਆਮ ਗੁਰੂ ਹੋਵੇ ਤੇ ਉਹ ਕਦੀ ਵੇਖ ਲਓ ਕਿਤੇ ਵੀ ਉਹਦੇ ਕੋਲ ਚੰਗਾ ਟਿਕਾਣਾ ਹੋਏਗਾ, ਚੰਗਾ ਉਹ ਤਖਤ ਤੇ ਬੈਠਾ ਹੋਏਗਾ, ਪਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ, ਉਹਨਾਂ ਦੇ ਕੋਲ ਕਾਬਲ ਤੋਂ ਜਦੋਂ ਸੰਗਤ ਆਉਂਦੀ ਹੈ, ਬਹੁਤ ਦੂਰ ਹੈ, ਜਦੋਂ ਸੰਗਤ ਆਉਂਦੀ ਹੈ, ਕੋਈ ਘੋੜੇ ਤੇ ਚੜ੍ਹ ਕੇ, ਕੋਈ ਪੈਦਲ ਸੰਗਤ ਯਾਤਰਾ ਕਰਦੀ ਹੈ ਜਦੋਂ, ਤੇ ਉਹਨਾਂ ਦੇ ਚਰਨ ਘੁੱਟਦੇ ਨੇ, ਉਹਨਾਂ ਦੇ ਚਰਨ ਘੁੱਟਨੇ, ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰਨੀ ਮਾਤਾ ਗੰਗਾ ਜੀਆਂ ਦੇ ਨਾਲ, ਤੇ ਆਪ ਜਾ ਕੇ ਚਰਨ ਪਰਸਨੇ। ਉਹਨਾਂ ਦਾ ਸਮਾਨ ਕਈ ਵਾਰੀ ਇਵੇਂ ਵੀ ਹੁੰਦਾ ਸੀ, ਜਦੋਂ ਇੱਕ ਸਾਖੀ ਆਉਂਦੀ ਇਤਿਹਾਸ ਦੇ ਵਿੱਚ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਕੋਈ ਬਜ਼ੁਰਗ ਆਇਆ, ਪਰ ਉਹਨਾਂ ਨੇ ਕਦੀ ਗੁਰੂ ਅਰਜਨ ਸਾਹਿਬ ਜੀ ਨੂੰ ਡਿੱਠਾ ਨਹੀਂ ਸੀ, ਤੱਕਿਆ ਨਹੀਂ ਸੀ। ਜਦੋਂ ਆਇਆ ਤੇ ਕਹਿੰਦੇ ਉਹਦੇ ਕੋਲ ਕੁਝ ਸਮਾਨ ਸੀ, ਕੁਝ ਪੰਡ ਸੀਗੀ, ਤੇ ਗੁਰੂ ਅਰਜਨ ਸਾਹਿਬ ਜੀ ਨੌਜਵਾਨ ਅਵਸਥਾ ਦੇ ਵਿੱਚ, ਕਿਉਂਕਿ ਸਰੀਰ ਦੀ ਤਾਂ ਅਵਸਥਾ ਹੈ, ਤੇ ਉਸ ਨੌਜਵਾਨ ਨੇ ਉਹ ਬਾਪੂ ਤੋਂ ਉਹ ਪੰਡ ਜਿਹੜੀ ਹੈ ਉਹ ਲੈ ਲਈ, ਆਪਣੇ ਸਿਰ ਦੇ ਉੱਪਰ ਰੱਖੀ, ਤੇ ਪੁੱਛਿਆ ਵੀ ਕਿੱਥੇ ਜਾਣਾ ਹੈ, ਤੇ ਉਹ ਦੱਸਿਆ ਵੀ ਮੈਂ ਦਰਸ਼ਨ ਕਰਨ ਵਾਸਤੇ ਚੱਲਿਆ ਗੁਰੂ ਅਰਜਨ ਸਾਹਿਬ ਜੀਆਂ ਦੇ। ਪਰ ਦੱਸਿਆ ਨਾ, ਜਦੋਂ ਪਹੁੰਚੇ ਤੇ ਗੁਰੂ ਅਰਜਨ ਸਾਹਿਬ ਜੀਆਂ ਦੇ ਇਸ਼ਨਾਨ ਕਰਨ ਤੋਂ ਬਾਅਦ, ਸਰੀਰ ਨੂੰ ਸੁਚਮਤਾ ਕਰਨ ਤੋਂ ਬਾਅਦ ਜਦੋਂ ਦਰਸ਼ਨ ਕਰਨ ਵਾਸਤੇ ਪਹੁੰਚੇ, ਤੇ ਜਿਹੜਾ ਇਹ ਉਹੀ ਨੌਜਵਾਨ ਸਾਹਮਣੇ ਬੈਠਾ ਹੈ ਜਿਹੜਾ ਸਿਰ ਦੇ ਉੱਪਰ ਪੰਡ ਚੁੱਕ ਕੇ ਲੈ ਕੇ ਆਇਆ ਸੀ। ਹੁਣ ਉਹ ਬਜ਼ੁਰਗ ਰੋਣ ਲੱਗ ਪਿਆ ਉੱਚੀ ਉੱਚੀ, ਤੇ ਗੁਰੂ ਅਰਜਨ ਸਾਹਿਬ ਤੇ ਬਾਕੀ ਜਿਹੜੇ ਸਿੱਖ ਸੀਗੇ ਉਹਨਾਂ ਨੇ ਹੌਸਲਾ ਦਿੱਤਾ। ਕਹਿੰਦੇ ਬਾਪੂ ਹੋਇਆ ਕੀ? ਕਹਿੰਦੇ ਵੀ ਮੈਂ ਤਾਂ ਇਸ ਆਸ ਤੇ ਆਇਆ ਸੀਗਾ ਕਿ ਮੈਂ ਆਪਣੇ ਪਾਪ ਜਾ ਕੇ ਧੋਣੇ ਨੇ, ਆਪਣੇ ਅੰਦਰ ਦੀ ਮੈਲ ਜਿਹੜੀ ਉਹ ਧੋਣੀ ਹੈ, ਬਹੁਤ ਜ਼ਿਆਦਾ ਉਮਰ ਹੋ ਗਈ ਹੈ, ਤੇ ਮੈਂ ਸੋਚਦਾ ਪਿਆ ਸੀ ਗੁਰੂ ਅਰਜਨ ਸਾਹਿਬ ਜੀ ਦੀ ਸ਼ੋਭਾ ਬੜੀ ਸੋਹਣੀ ਹੈ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੀ ਸ਼ੋਭਾ ਬੜੀ ਸੋਹਣੀ ਹੈ, ਤੇ ਮੈਂ ਪਹੁੰਚਾਂਗਾ ਤੇ ਮੇਰੇ ਪਾਪ ਧੋਤੇ ਜਾਣਗੇ, ਪਰ ਮੈਂ ਤਾਂ ਹੋਰ ਪਾਪ ਚੜਾ ਛੱਡਿਆ।
ਕਹਿੰਦੇ ਵੀ ਕਿਉਂ? ਕਹਿੰਦੇ ਵੀ ਜਿਹੜਾ ਨੌਜਵਾਨ ਸਾਹਮਣੇ ਤੁਹਾਡੇ ਬੈਠਾ ਹੈ, ਜਿਹੜਾ ਤੁਹਾਡਾ ਗੁਰੂ ਹੈ, ਮੈਂ ਆਇਆ ਦਰਸ਼ਨ ਕਰਨ ਵਾਸਤੇ ਸੀ, ਪਰ ਇਹੀ ਨੌਜਵਾਨ ਮੇਰੇ ਕੋਲ ਜਿਹੜੀ ਪੰਡ ਸੀਗੀ ਉਹ ਚੁੱਕ ਕੇ ਲੈ ਕੇ ਆਇਆ, ਕੱਪੜੇ ਜਿਹੜੇ ਸਨ ਉਹ ਚੁੱਕ ਕੇ ਲੈ ਕੇ ਆਇਆ, ਇਸ ਕਰਕੇ ਮੈਂ ਤਾਂ ਪਾਪ ਜਿਹੜੇ ਨੇ ਉਹ ਚੜਾ ਬੈਠਾ। ਤੇ ਸੇ ਕਹਿੰਦੇ ਬਾਪੂ ਪਾਪ ਚੜਿਆ ਨਹੀਂ, ਅਸਲ ਦੇ ਵਿੱਚ ਪਾਪਾਂ ਦੀ ਪੰਡ ਤੇਰੀ ਉਤਰ ਗਈ। ਪਾਪਾਂ ਦੀ ਪੰਡ ਜਿਹੜੀ ਹੈ ਉਹ ਗੁਰੂ ਅਰਜਨ ਸਾਹਿਬ ਜੀ ਨੇ ਰੱਖ ਲਈ, ਤੈਨੂੰ ਪਵਿੱਤਰ ਕਰ ਦਿੱਤਾ, ਤੈਨੂੰ ਪਾਵਨ ਕਰ ਦਿੱਤਾ। ਕਿਉਂਕਿ ਜਦੋਂ ਅਸੀਂ ਇਹ ਗੱਲਾਂ ਸੁਣਦੇ ਹਾਂ ਸਾਨੂੰ ਮਹਿਸੂਸ ਨਹੀਂ ਹੁੰਦਾ ਵੀ ਇਹ ਕਿਵੇਂ ਹੋ ਸਕਦਾ ਹੈ, ਇਹ ਬਾਣੀ ਪਵਿੱਤਰ ਕਿਵੇਂ ਕਰ ਦਿੰਦੀ ਹੈ। ਪਰ ਕਦੀ ਤੁਸੀਂ ਸੋਚੋ, ਪਛਤਾਵਾ ਕਤਲ ਕਰਨ ਤੋਂ ਬਾਅਦ ਹੁੰਦਾ ਹੈ, ਪਹਿਲਾਂ ਸ਼ੌਂਕ ਪੂਰਿਆ ਜਾਂਦਾ ਹੈ। ਪਛਤਾਵਾ ਚੋਰੀ ਕਰਨ ਤੋਂ ਬਾਅਦ ਹੁੰਦਾ ਹੈ, ਪਹਿਲਾਂ ਸ਼ੌਂਕ ਪੂਰਿਆ ਜਾਂਦਾ ਹੈ। ਇਵੇਂ ਹੁੰਦਾ ਨਾ, ਬੰਦਾ ਕਿੰਨਾ ਕੁਛ ਅੱਜ ਖਾ ਰਿਹਾ ਹੈ, ਖਾਣ ਲੱਗਿਆ ਨਹੀਂ ਸੋਚੇਗਾ, ਖਾਣ ਲੱਗਿਆ ਮੂੰਹ ਨੂੰ ਮਿਠਾਸ ਮਿਲਦੀ ਹੈ, ਪਰ ਜਦੋਂ ਉਹ ਜਾ ਕੇ ਅੰਦਰ ਸਾਡੇ ਇੰਦਰੀਆਂ ਨੂੰ ਖਰਾਬ ਕਰ ਦਿੰਦਾ ਹੈ, ਉਹ ਜਿਹੜੇ ਮਸਾਲੇ ਉਹ ਜਦੋਂ ਸਾਡੇ ਸਰੀਰ ਦੇ ਅੰਦਰ ਨੂੰ ਖਰਾਬ ਕਰਦੇ ਨੇ, ਫਿਰ ਪਛਤਾਵਾ ਹੁੰਦਾ ਹੈ, ਪਹਿਲਾਂ ਨਹੀਂ। ਇਵੇਂ ਹੀ ਹੌਲੀ ਹੌਲੀ ਜਦੋਂ ਇਹ ਸਾਡਾ ਸਰੀਰ, ਜਿਹੜੀ ਸਾਡੀ ਅਵਸਥਾ ਬਦਲਦੀ ਜਾਵੇਗੀ ਨਾ, ਫਿਰ ਜਦੋਂ ਇਹ ਸਰੀਰ ਦੇ ਵਿੱਚ ਕੁਛ ਵੀ ਨਾ ਰਿਹਾ, ਫਿਰ ਪਛਤਾਵਾ। ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ ਕਿ ਸਮੇਂ ਦਾ ਗੇੜ ਜ਼ਰੂਰ ਘੁੰਮਦਾ ਹੈ। ਪਛਤਾਵਾ ਸਾਨੂੰ ਪਏਗਾ, ਪਤਾ ਲੱਗੇਗਾ ਸਾਨੂੰ ਵੀ ਅਸੀਂ ਰੱਬ ਦਾ ਨਾਮ ਜਪਿਆ ਹੀ ਨਹੀਂ, ਰੱਬ ਦੀ ਇਬਾਦਤ ਕੀਤੀ ਨਹੀਂ, ਤੇ ਫਿਰ ਜਦੋਂ ਪਛਤਾਵਾ ਰਹਿ ਜਾਏਗਾ ਤੇ ਫਿਰ ਉਸ ਸਮੇਂ ਮਹਾਰਾਜ ਕਹਿੰਦੇ ਨੇ ਫਿਰ ਤੂੰ ਕੁਛ ਨਹੀਂ ਕਰ ਸਕਦਾ। ਉਸ ਸਮੇਂ ਤੂੰ ਫਿਰ ਕੱਲਾ ਪਛਤਾ ਹੀ ਸਕਦਾ ਹੈ, ਪਰ ਫਿਰ ਵੀ ਤੇਰਾ ਭਲਾ ਹੋ ਸਕਦਾ ਹੈ ਜੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇੰਨੀ ਵੱਡੀ ਉਮਰ ਦੇ ਵਿੱਚ ਜਾ ਕੇ ਵੀ ਉਹ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕਰਕੇ ਤੇ ਆਪਣੇ ਆਪ ਨੂੰ ਪਵਿੱਤਰ ਕਰ ਸਕਦੇ ਨੇ, ਤੂੰ ਵੀ ਕਰ ਸਕਦਾ ਹੈ। ਪਰ ਉਸ ਸਮੇਂ ਦੇ ਵਿੱਚ ਚੌਂਕੜਾ ਨਹੀਂ ਵੱਜੇਗਾ, ਨੈਣੋ ਨੀਰ ਬਹਿ ਤਨ ਖੀਨਾ, ਅੱਖਾਂ ਚੋਂ ਪਾਣੀ ਵਗੇਗਾ ਤੇ ਤਨ ਬਜ਼ੁਰਗ ਹੋ ਜਾਏਗਾ, ਜਪਣਾ ਔਖਾ ਹੋ ਜਾਏਗਾ। ਫਿਰ ਸਤਿਗੁਰੂ ਜੀ ਕਹਿੰਦੇ ਨੇ ਪੂਜਾ ਸਤ ਸੇਵਦਾਰ। ਪੂਜਾ ਤੋਂ ਭਾਵ ਹੈ ਕੋਈ ਆਰਤੀਆਂ ਜਾਂ ਉਹਦੇ ਅੱਗੇ ਧੂਪਾਂ ਨਹੀਂ ਜਗਾਉਣੀਆਂ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਸ਼ਾਇਦ ਅਕਾਲ ਪੁਰਖ ਪਰਮਾਤਮਾ ਜੀ ਦੀ ਆਰਤੀ, ਕੋਈ ਧੂਪਾਂ ਲਾਉਣੀਆਂ, ਕੋਈ ਸੁਗੰਧੀਆਂ ਛਿੜਕਣੀਆਂ, ਇਹਦੇ ਨਾਲ ਵਾਹਿਗੁਰੂ ਖੁਸ਼ ਹੋ ਜਾਂਦਾ ਹੈ। ਪਰ ਗੁਰੂ ਨਾਨਕ ਸਾਹਿਬ ਜੀਆਂ ਨੇ ਸਾਨੂੰ, ਜਿਹੜਾ ਆਪਾਂ ਰਹਿਰਾਸ ਸਾਹਿਬ ਜੀ ਤੋਂ ਬਾਅਦ ਸ਼ਬਦ ਪੜ੍ਹਦੇ ਹਾਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਹੁਣ ਤੁਸੀਂ ਆਪੇ ਸੋਚੋ ਵੀ ਇਹ ਸ਼ਬਦ ਆ ਕਿੱਥੋਂ ਰਹੇ ਨੇ ਤੇ ਕਿਵੇਂ ਕਿਵੇਂ ਕੜੀ ਜੁੜਦੀ ਹੈ। ਜਦੋਂ ਆਪਾਂ ਜੋੜ ਕੇ ਪੜਾਂਗੇ ਸ਼ਬਦ ਨੂੰ ਵੀ ਮਹਾਰਾਜ ਇੱਥੇ ਕੀ ਕਹਿੰਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਫਿਰ ਮਨ ਟਿਕ ਜਾਂਦਾ ਹੈ, ਆਪਣੇ ਆਪ ਟਿਕਾਣੇ ਤੇ ਆ ਜਾਂਦਾ ਹੈ, ਫਿਰ ਕੋਈ ਬਾਹਰੀ ਗੱਲ ਰਹਿੰਦੀ ਨਹੀਂ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਕਹਿੰਦੇ ਰੱਬ ਜੀ ਆਰਤੀ ਅਸੀਂ ਵੱਖਰੀ ਥਾਲੀ ਦੇ ਵਿੱਚ ਰੱਖ ਕੇ ਤੇਰੀ ਕਰਨ ਦਾ ਯਤਨ ਕਰੀਏ ਤਾਂ ਅਸੀਂ ਤਾਂ ਮੂਰਖ ਹਾਂ ਫਿਰ, ਕਿਉਂਕਿ ਤੇਰੀ ਆਰਤੀ ਹੋ ਰਹੀ ਹੈ। ਗਗਨ ਆਕਾਸ਼, ਗਗਨ ਮੈਂ ਥਾਲ, ਗਗਨਮਈ ਜਿਹੜਾ ਹੈ ਆਕਾਸ਼, ਜਿਹੜਾ ਉਹ ਥਾਲ ਹੈ। ਰਵ ਚੰਦ, ਰਵ ਦਾ ਅਰਥ ਹੈ ਸੂਰਜ, ਚੰਦ ਚੰਦਰਮਾ। ਰਵ ਚੰਦ ਦੀਪਕ ਬਣੇ, ਇਹ ਦੋ ਦੀਵੇ ਬਣ ਗਏ। ਤਾਰਕਾ ਮੰਡਲ, ਤੇ ਜਿਹੜੇ ਤਾਰੇ ਨੇ ਉਹ ਥਾਲੀ ਦੇ ਵਿੱਚ ਪਏ ਹੋਏ ਮੋਤੀ ਨੇ। ਤਾਰਕਾ ਮੰਡਲ ਜਨਕ ਮੋਤੀ। ਫਿਰ ਧੂਪਾਂ ਜਿਹੜੀਆਂ ਲਾਉਂਦੇ ਨੇ ਸੁਗੰਧੀਆਂ, ਧੂਪ ਮਾਲੇ ਆਨ ਲੋ ਪਵਨ ਚਵਰੋ ਕਰੇ। ਧੂਪ ਜਿਹੜੀ ਹੈ ਉਹ ਜਿਹੜੀ ਹਿਮਾਲਿਆ ਪਰਬਤ ਹੈ, ਕਹਿੰਦੇ ਨੇ ਉਹਦੇ ਵੱਲੋਂ ਕਿੰਨੀਆਂ ਸੁਗੰਧੀਆਂ ਆਉਂਦੀਆਂ ਨੇ। ਧੂਪ ਮਾਲੇ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਸਾਰੀ ਬਨ ਰਾਏ ਜਿਹੜੀ ਹੈ ਉਹ ਤੇਰੀ ਜੋਤ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਸੀਂ ਵੱਖਰੀ ਆਰਤੀ ਕਰਕੇ ਤੈਨੂੰ ਖੁਸ਼ ਕਰਨਾ ਚਾਹੁੰਦੇ ਹਾਂ। ਸੋ ਅਕਾਲ ਪੁਰਖ ਪਰਮਾਤਮਾ ਜੀ ਦੀ ਪੂਜਾ ਕਿਹੜੀ ਹੈ? ਪੂਜਾ ਸਤ। ਰੱਬ ਜੀ ਦਾ ਨਾਮ, ਰੱਬ ਜੀ ਦੀ ਇਬਾਦਤ ਕਰਨੀ, ਪਰਮਾਤਮਾ ਦਾ ਸ਼ਬਦ। ਕਿਉਂਕਿ ਸ਼ਬਦ ਜਿਹੜਾ ਨਾ, ਸ਼ਬਦ ਸਥਿਰ ਹੁੰਦਾ ਹੈ, ਸ਼ਬਦ ਕਦੀ ਨਾਸ ਨਹੀਂ ਹੁੰਦਾ। ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਭਾਏ ਨਾ ਸਾਕੇ ਜਾਲੇ। ਜਿਹੜਾ ਆ ਸਰੂਪ ਅਸੀਂ ਪੜ੍ਹਦੇ ਹਾਂ ਉਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਇਸ ਕਰਕੇ ਉਹ ਪਾਣੀ ਦੇ ਵਿੱਚ ਵੀ ਡੁੱਬ ਸਕਦਾ ਹੈ,
ਕਿਉਂਕਿ ਕਾਗਜ਼ ਹੈ ਇੱਕ, ਇਹਨੂੰ ਅੱਗ ਨਾਲ ਵੀ ਸਾੜਿਆ ਜਾ ਸਕਦਾ ਹੈ, ਇਹਦੀ ਬੇਅਦਬੀ ਵੀ ਅੱਜ ਹੋ ਰਹੀ ਹੈ। ਪਰ ਜਿਹੜਾ ਇਹ ਸ਼ਬਦ ਹੈ, ਸ਼ਬਦ ਕਿੰਨੇ ਸਾਲਾਂ ਤੋਂ ਅਸੀਂ ਪੜ੍ਹਦੇ ਆ ਰਹੇ ਹਾਂ, ਸ਼ਬਦ ਨਾਸ਼ ਨਹੀਂ ਹੁੰਦਾ, ਸ਼ਬਦ ਸੱਤ ਹੈ। ਅਕਾਲ ਪੁਰਖ ਪਰਮਾਤਮਾ ਜੀ ਦਾ ਜਿਹੜਾ ਸ਼ਬਦ ਹੈ ਉਹ ਸੱਤ ਹੈ, ਉਹਨੂੰ ਅਸੀਂ ਖਤਮ ਨਹੀਂ ਕਰ ਸਕਦੇ। ਜੇ ਅਸੀਂ ਚਾਹੀਏ ਕਿ ਸ਼ਬਦ ਨੂੰ ਅਸੀਂ ਖਤਮ ਕਰਨ ਦਾ ਯਤਨ ਕਰੀਏ, ਪਰ ਸ਼ਬਦ ਖਤਮ ਨਹੀਂ ਹੋ ਸਕਦਾ, ਕਿਉਂਕਿ ਸ਼ਬਦ ਇੱਕ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ। ਤਾਂ ਹੀ ਮਹਾਰਾਜ ਸਾਨੂੰ ਬਾਰ-ਬਾਰ ਕਹਿੰਦੇ ਸੀ ਕਿ ਜਿਹੜੀ ਬਾਣੀ ਹੈ ਉਸ ਨੂੰ ਹਿਰਦੇ ਦੇ ਵਿੱਚ ਗਲੇ ਦਾ ਹਾਰ ਬਣਾ ਲਈਏ। ਗਲੇ ਦਾ ਹਾਰ ਕਿਵੇਂ ਹੁੰਦਾ ਹੈ? ਹੁਣ ਜਪਜੀ ਸਾਹਿਬ ਪਰੋ ਕੇ ਨਹੀਂ ਪਾਉਣਾ, ਅਸਲ ਦੇ ਵਿੱਚ ਜਦੋਂ ਆਪਾਂ ਗੁਰਬਾਣੀ ਦੇ ਸ਼ਬਦ ਨੂੰ ਯਾਦ ਕਰਨਾ ਕਹਿੰਦੇ ਨਾ, ਕਦੇ ਵੀ ਵੇਖਿਆ ਆਪਾਂ ਕਹਿੰਦੇ ਗੁਰਬਾਣੀ ਨੂੰ ਕੰਠ ਕਰਨਾ, ਯਾਦ ਕਰਨਾ ਕਹਿੰਦੇ ਆ, ਪਰ ਬਹੁਤ ਘੱਟ। ਕੰਠ ਦਾ ਅਰਥ ਹੁੰਦਾ ਹੈ ਗਲਾ, ਕਿ ਗਲੇ ਦੇ ਵਿੱਚ ਉਹਨੂੰ ਰੱਖ ਲੈ, ਕਿਉਂਕਿ ਜਿਹੜੀ ਬਾਣੀ ਦੇ ਸ਼ਬਦ ਨੇ ਉਹ ਤਾਂ ਟਿਕਾਣਾ ਤਾਂ ਯਾਦ ਤੇ ਅਸੀਂ ਦਿਮਾਗੀ ਤੌਰ ਤੇ ਕਰਨਾ ਹੈ ਨਾ, ਪਰ ਕੰਠ ਦਾ ਵਿੱਚ ਮਤਲਬ ਕੀ ਹੈ? ਕੰਠ ਦਾ ਇੱਥੇ ਅਰਥ ਇਹੀ ਹੈ ਕਿ ਰਹਿਣਾ ਤਾਂ ਉਹਨੇ ਦਿਮਾਗ ਦੇ ਵਿੱਚ ਹੀ ਹੈ, ਪਰ ਕਈ ਵਾਰੀ ਦਿਮਾਗ ਦੇ ਵਿੱਚ ਗੱਲ ਹੁੰਦੀ ਹੈ ਤੇ ਪਰ ਅਸੀਂ ਕਹਿੰਦੇ ਹੁੰਦੇ ਆ ਵੀ ਸਾਡੇ ਮੂੰਹ ਤੇ ਆ ਰਹੀ ਹੈ ਪਰ ਨਿਕਲ ਨਹੀਂ ਰਹੀ, ਚੇਤਾ ਆ ਰਿਹਾ ਮੈਨੂੰ ਗੱਲ ਦਾ, ਉਹ ਸ਼ਬਦ ਕਿਵੇਂ ਸੀ, ਕਿਵੇਂ ਸੀਗਾ। ਆਪਾਂ ਕਈ ਵਾਰੀ ਸੋਚਦੇ ਹਾਂ ਵੀ ਹੈ ਮੇਰੀ ਜ਼ੁਬਾਨ ਦੇ ਉੱਪਰ ਪਰ ਨਿਕਲ ਨਹੀਂ ਰਿਹਾ। ਇਹਦਾ ਮਤਲਬ ਕੀ ਹੈ? ਜਦੋਂ ਇਹ ਸਾਡੀ ਜ਼ੁਬਾਨ ਦੇ ਉੱਪਰ ਆ ਜਾਵੇ, ਸਾਡੇ ਕੰਠ ਦੇ ਉੱਪਰ ਆ ਜਾਵੇ ਜਪਜੀ ਸਾਹਿਬ, ਤੇ ਹੁਣ ਉਸ ਇਨਸਾਨ ਦੇ ਸਾਹਮਣੇ ਭਾਵੇਂ ਗੁਟਕਾ ਸਾਹਿਬ ਨਾ ਵੀ ਹੋਵੇ ਤਾਂ ਵੀ ਉਹਦੇ ਜਪਜੀ ਸਾਹਿਬ ਗਲੇ ਦੇ ਵਿੱਚ ਬੈਠਾ ਹੋਇਆ ਹੈ। ਸੋ ਹੁਣ ਜਿਹੜਾ ਗਲੇ ਦੇ ਵਿੱਚ ਬੈਠਾ ਹੈ ਉਸ ਸਰੀਰ ਨੂੰ ਸਾੜਿਆ ਜਾ ਸਕਦਾ, ਪਰ ਜਿਹੜਾ ਸ਼ਬਦ ਹੈ ਉਹਨੂੰ ਥੋੜੀ ਸਾੜਿਆ ਜਾ ਸਕਦਾ। ਫਿਰ ਸਰੀਰ ਸਾੜਿਆ ਜਾ ਸਕਦਾ ਹੈ, ਪਰ ਜਿਹੜਾ ਗਲੇ ਦੇ ਵਿੱਚ ਸ਼ਬਦ ਬੈਠ ਗਿਆ, ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ, ਉਹਨੂੰ ਚੋਰ ਹੀ ਨਹੀਂ ਕਰ ਸਕਦਾ ਕੋਈ। ਪਾਏ ਨਾ ਸਾਕੇ ਜਾਲੇ, ਉਹ ਆਤਮਾ ਦੇ ਨਾਲ ਵਸ ਗਿਆ, ਸਾਡੀ ਅੰਦਰ ਆਤਮਾ ਦੇ ਨਾਲ। ਤੇ ਪੂਜਾ ਕਿਹੜੀ ਹੈ? ਪੂਜਾ ਕੋਈ ਵੱਖਰੀ ਬਾਹਰੀ ਤੌਰ ਤੇ ਨਹੀਂ ਹੈ, ਰੱਬ ਦਾ ਸ਼ਬਦ, ਗੁਰਬਾਣੀ ਦਾ ਸ਼ਬਦ ਜਿਹੜਾ ਉਸੇ ਨੂੰ ਜਪਣਾ ਪੂਜਾ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਗੱਲਾਂ ਹੋਛੀਆਂ ਨੇ ਨਾਮ ਤੋਂ ਬਿਨਾ। ਤੇ ਸਤਿਗੁਰੂ ਜੀ ਕਹਿੰਦੇ ਨੇ ਸਤ ਸੇਵਦਾਰ, ਜਿਹੜਾ ਉਸ ਸ਼ਬਦ ਨੂੰ ਪੂਜਦਾ ਹੈ, ਜਿਹੜਾ ਉਸ ਸ਼ਬਦ ਨੂੰ ਜਪਦਾ ਹੈ। ਹੁਣ ਉਹ ਕਿਵੇਂ ਸਤ ਹੋ ਜਾਂਦਾ ਹੈ? ਗੜ ਸ਼ੰਕਰ ਦੇ ਵਿੱਚ ਨਾ ਇੱਕ ਜੋਗੀ ਰਹਿੰਦਾ ਸੀ, ਤੇ ਉਸ ਜੋਗੀ ਨੇ ਹਰ ਰੋਜ਼ ਸੰਗਤ ਨੂੰ, ਕਿਉਂਕਿ ਭੇਖ ਜਿਹੜਾ ਨਾ, ਸਤ ਸੰਗਤ ਭੇਖ ਜ਼ਰੂਰੀ ਵੀ ਹੈ, ਪਰ ਭੇਖ ਜਿਹੜਾ ਨਾ, ਭੇਖ ਬਹੁਤ ਜ਼ਿਆਦਾ ਭੁਲੇਖੇ ਵੀ ਪਾਉਂਦਾ ਹੈ। ਕਿਉਂਕਿ ਭੇਖ ਜਿਹੜਾ ਸਰੀਰ ਦੇ ਉੱਪਰ ਜਿਹੜਾ ਕੱਪੜਾ ਹੈ ਉਹ ਸਾਨੂੰ ਪਹਿਚਾਣ ਦੱਸਦਾ ਹੈ ਧਰਮ ਦੀ, ਪਰ ਜਿਹੜਾ ਕਈ ਵਾਰੀ ਬੰਦੇ ਭੇਖ ਹੀ ਹੁੰਦਾ ਹੈ ਤੇ ਅੰਦਰ ਕੁਝ ਵੀ ਨਹੀਂ ਹੁੰਦਾ, ਬੰਦਾ ਭੇਖ ਹੀ ਕਰ ਬੈਠਦਾ ਹੈ। ਕਿਉਂਕਿ ਕਹਿਣ ਨੂੰ ਤਾਂ ਅਸੀਂ ਸਾਰੇ ਹੀ ਕਹਿੰਦੇ ਆ ਵੀ ਅਸੀਂ ਸਰਦਾਰ ਹਾਂ, ਅਸੀਂ ਸਿੱਖ ਹਾਂ। ਕਈ ਵਾਰੀ ਅਸੀਂ ਕਹਿੰਦੇ ਨਾ ਅਸੀਂ ਸਾਰੇ ਸਿੱਖ ਹਾਂ, ਸਾਨੂੰ ਵੀ ਪਤਾ ਵੀ ਬਾਬੇ ਦੀ ਬਾਣੀ ਕੀ ਕਹਿੰਦੀ ਹੈ, ਬਾਬੇ ਦਾ ਸ਼ਬਦ ਕੀ ਕਹਿੰਦਾ, ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਾਂ। ਠੀਕ ਹੈ, ਅਸੀਂ ਮੰਨਣ ਵਾਲੇ ਹੋਵਾਂਗੇ, ਪਰ ਕੱਲਾ ਭੇਖ ਕੀ ਕਰ ਸਕਦਾ ਜਦੋਂ ਅਸੀਂ ਮਰਿਆਦਾ ਦੇ ਵਿੱਚ ਨਹੀਂ ਰਹਿਣਾ। ਮਰਿਆਦਾ ਤੋਂ ਭਾਵ ਹੈ ਕਈ ਵਾਰੀ ਸਿੱਖ ਵੀ ਪੁੱਛਣਾ ਕਢਾਉਣ ਵਾਸਤੇ ਚੱਲ ਪੈਂਦਾ ਹੈ, ਤੇ ਕਈ ਵਾਰੀ ਸਿੱਖ ਦੇ ਦੁਕਾਨ ਦੇ ਅਗਰ ਘਰ ਦੇ ਬਾਹਰ ਵੀ ਉਹ ਨਿੰਬੂ ਮਿਰਚਾਂ ਟੰਗੀਆਂ ਹੁੰਦੀਆਂ ਨੇ ਵੀ ਸ਼ਨੀ ਗ੍ਰਹਿ ਟਲ ਜਾਵੇ, ਇਦਾਂ ਹੁੰਦਾ ਹੈ ਨਾ ਵੀ ਸਾਡੇ ਉੱਪਰ। ਤੇ ਕਈ ਵਾਰੀ ਸਿੱਖ ਹੀ ਆਣ ਕੇ ਕਹਿ ਦਿੰਦਾ ਕਿਤੇ ਵੀ ਸਾਡੇ ਬੱਚੇ ਨੂੰ ਨਜ਼ਰ ਲੱਗ ਗਈ ਹੈ। ਉਨੀ ਲੋਕੀ ਸਲੋਤਾ ਨਹੀਂ ਕਰਦੇ ਹੁੰਦੇ ਜਿੰਨੀ ਮਾਂ ਕਰਦੀ ਸਲੋਤਾ ਵੀ ਮੇਰਾ ਮੁੰਡਾ ਬੜਾ ਸੋਹਣਾ ਹੈ, ਮੇਰਾ ਬੱਚਾ ਬੜਾ ਸੋਹਣਾ ਹੈ। ਲੋਕ ਨਹੀਂ ਕਰਦੇ ਹੋਣਗੇ ਉਨੀ। ਹੁਣ ਤੁਸੀਂ ਦੱਸੋ ਵੀ ਜਿੰਨੀ ਸਲੋਤਾ ਮਾਂ ਨੇ ਕੀਤੀ, ਹੁਣ ਨਜ਼ਰ ਕਿਹਨੇ ਲਾਈ? ਮਾਂ ਨੇ ਲਾ ਦਿੱਤੀ ਨਾ। ਫਿਰ ਅਸੀਂ ਲੋਕਾਂ ਦਾ ਗੁਨਾਹ ਕੱਢ ਦਿੰਦੇ ਆ। ਦੱਸਦਾ ਕੌਣ ਫਿਰਦਾ ਸੀ ਸਾਰਿਆਂ ਨੂੰ ਜਾ ਕੇ ਮੇਰੇ ਕੋਲ ਬੱਚਾ ਬੜਾ ਸੋਹਣਾ ਹੈ, ਮੇਰਾ ਕੋਲ ਪਰਿਵਾਰ ਬੜਾ ਸੋਹਣਾ ਹੈ? ਕੌਣ ਦੱਸਦਾ ਪਿਆ ਸੀ? ਅਸੀਂ ਆਪ ਹੀ ਦੱਸਦੇ ਪਏ ਸੀ। ਤੇ ਦੂਜੇ ਨੇ ਵੇਖਿਆ, ਉਹਨੇ ਪਿਆਰ ਦਿੱਤਾ, ਕੁਛ ਵੀ ਨਹੀਂ, ਚਲਾ ਗਿਆ। ਉਹ ਜੀ ਬਿਮਾਰ ਹੋ ਗਿਆ ਜੀ। ਹੁਣ ਨਜ਼ਰ ਕਿਹਨੇ ਲਾਈ? ਆਪੇ ਨਜ਼ਰ ਲਾ ਕੇ ਤੇ ਆਪੇ ਕਹਿੰਦੇ ਹੁਣ ਧੂਪਾਂ ਦਿਓ ਜੀ, ਹੁਣ ਇਹਨੂੰ ਆਪੇ ਬਚਾ ਲਓ। ਫਿਰ ਇਸ ਕਰਕੇ ਕਦੀ ਵੀ ਕਿਸੇ ਦੂਜੇ ਦਾ ਗੁਨਾਹ ਕੱਢਣ ਤੋਂ ਪਹਿਲਾਂ ਇਹ ਸੋਚੋ ਵੀ ਹੋ ਕੀ ਰਿਹਾ ਹੈ। ਸਾਡੇ ਅੰਦਰ ਬਾਣੀ ਦਾ ਕੋਈ ਗਿਆਨ ਹੈਗਾ? ਗੁਰਬਾਣੀ ਕਹਿੰਦੀ ਕੋਈ ਭੂਤ ਪ੍ਰੇਤ ਨਹੀਂ ਹੁੰਦਾ, ਕਦੀ ਕੋਈ ਕਿਸੇ ਦੇ ਉੱਪਰ ਟੂਣਾ ਨਹੀਂ ਕੰਮ ਕਰ ਸਕਦਾ। ਇਹ ਸ਼ਬਦ ਗੁਰਬਾਣੀ ਦੇ ਆ। ਤੰਤ ਮੰਤ ਨਾ ਜੋ ਹੀ ਤਿਤ ਚਾਖ ਨਾ ਲਾਗੇ, ਤੰਤਰ ਮੰਤਰ ਉਹਨੂੰ ਜੋ ਨਹੀਂ ਸਕਦੇ।
ਚਾਖ ਦਾ ਅਰਥ ਹੁੰਦਾ ਹੈ ਉਹਨੂੰ ਨਜ਼ਰ ਵੀ ਨਹੀਂ ਲੱਗਦੀ। ਤਿਤ ਚਾਖ ਨਾ ਲੱਗੇ, ਉਸ ਬੰਦੇ ਨੂੰ ਨਜ਼ਰ ਵੀ ਨਹੀਂ ਲੱਗਦੀ। ਪਰ ਜੇ ਸਿੱਖ ਨੂੰ ਨਜ਼ਰ ਵੀ ਲੱਗ ਰਹੀ ਹੈ, ਉਹਨੂੰ ਤੰਤਰ ਮੰਤਰ ਵੀ ਹੋ ਰਹੇ ਨੇ, ਕਿਉਂਕਿ ਉਹਦੇ ਕੋਲ ਗੁਰਬਾਣੀ ਨਹੀਂ ਹੈਗੀ, ਉਹਦੇ ਕੋਲ ਸ਼ਬਦ ਨਹੀਂ ਹੈਗਾ। ਤੇ ਜਿਹੜਾ ਸ਼ਬਦ ਸੁਣਾਉਂਦਾ ਹੈ ਉਹ ਬੁਰਾ ਹੁੰਦਾ ਹੈ। ਪਰ ਗੁਰਬਾਣੀ ਨੂੰ ਕਦੇ ਝੁਠਿਆਇਆ ਥੋੜੀ ਜਾ ਸਕਦਾ ਹੈ। ਹਾਂ, ਬੰਦਾ ਕਿਸੇ ਤੋਂ ਡਰ ਕੇ, ਜਿਵੇਂ ਰਾਮ ਰਾਏ ਨੇ ਕੀ ਕੀਤਾ ਸੀ, ਉਹਨੇ ਔਰੰਗਜ਼ੇਬ ਤੋਂ ਡਰ ਕੇ ਤੇ ਸ਼ਬਦ ਬਦਲ ਦਿੱਤੇ ਸੀ। ਹੁਣ ਕਈ ਵਾਰੀ ਐਵੇਂ ਵੀ ਹੁੰਦਾ ਨਾ ਕਿ ਸੰਗਤ ਤੋਂ ਡਰ ਤੋਂ ਵੀ ਮੇਰੇ ਨਾਲ ਕੋਈ ਝਗੜਾ ਨਾ ਕਰੇ, ਕੋਈ ਬੰਦਾ ਗੁਰਬਾਣੀ ਦੇ ਸ਼ਬਦ ਬਦਲ ਸਕਦਾ ਹੈ। ਪਰ ਕੋਈ ਸੱਚਾ ਬੰਦਾ ਆ ਗਿਆ ਤੇ ਉਹਨੇ ਇਹਨਾਂ ਸ਼ਬਦਾਂ ਨੂੰ ਫਿਰ ਦੱਸ ਦੇਣਾ, ਫਿਰ ਕੀ ਕਰਾਂਗੇ ਅਸੀਂ? ਕਿਉਂਕਿ ਸ਼ਬਦ ਨੂੰ ਲੁਕਾਇਆ ਨਹੀਂ ਜਾ ਸਕਦਾ, ਉਹ ਤਾਂ ਕੋਈ ਨਾ ਕੋਈ ਸਮੇਂ ਦਾ ਗੇੜ ਹੈ। ਅੱਜ ਮੈਂ ਗਲਤ ਬੋਲਾਂਗਾ, ਕੱਲ ਨੂੰ ਕੋਈ ਸਹੀ ਬੰਦਾ ਆਣ ਕੇ ਸੱਚ ਸੁਣਾ ਦੇਗਾ। ਇਹ ਲੁਕਾਇਆ ਨਹੀਂ ਜਾ ਸਕਦਾ ਤੇ ਸਾਰਾ ਸੰਸਾਰ ਝੂਠਾ ਨਹੀਂ ਹੈਗਾ। ਉੱਥੇ ਉਹ ਜੋਗੀ ਰਹਿੰਦਾ ਸੀ, ਉਹ ਕਹਿੰਦਾ ਮੈਂ ਤੁਹਾਨੂੰ 1 ਮਹੀਨੇ ਵਾਸਤੇ ਸਵਰਗ ਦੇ ਦਾਂਗਾ। ਲੋਕੀ ਭੱਜ ਕੇ ਗਏ, ਕਹਿੰਦੇ ਸਵਰਗ ਦੀ ਚਾਹਤ ਹੈ ਸਾਨੂੰ। ਉਹਨਾਂ ਨੂੰ ਲੋਕਾਂ ਨੂੰ ਇਹ ਸੀ ਨਾ ਵੀ ਇੱਥੇ ਤੇ ਪਾਪ ਕੀਤੇ, ਚਲੋ ਅੱਗੇ ਜਾ ਕੇ ਸਾਨੂੰ ਸਵਰਗ ਮਿਲ ਜੇ। ਪਰ ਪਤਾ ਹੈ ਕੋਈ ਨਹੀਂ ਕਿ ਅੱਗੇ ਕਿੱਥੇ ਕੀ ਹੋਣਾ ਹੈ, ਕੌਣ ਕੀ ਕਰਦਾ ਹੈ, ਕਿੱਥੋਂ ਮਾਰ ਪੈਂਦੀ, ਕੁਛ ਨਹੀਂ ਪਤਾ ਨਾ, ਅੱਗੇ ਕੁਛ ਨਹੀਂ ਪਤਾ ਹੈਗਾ। ਕਹਿੰਦੇ ਇਸੇ ਤਰੀਕੇ ਦੇ ਨਾਲ ਕਹਿੰਦਾ ਵੀ ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ 2 ਮਹੀਨੇ ਵਾਸਤੇ, ਫਿਰ ਉਹਨੇ ਵਧਾ ਦਿੱਤੀ, ਲਿਮਟ ਵਧਾ ਦਿੱਤੀ। ਕਹਿੰਦੇ ਵੀ ਹੁਣ ਚਲੋ 6 ਮਹੀਨੇ ਵਾਸਤੇ, ਫਿਰ ਕਹਿੰਦਾ ਚਲੋ ਸਾਲ ਵਾਸਤੇ ਜਿਹੜਾ ਮੇਰੇ ਦਰਸ਼ਨ ਕਰੇਗਾ। ਉੱਥੇ ਨਾ ਭਾਈ ਤੀਰਥਾ ਰਹਿੰਦਾ ਸੀ, ਸੇਵਾ ਕਰਦਾ ਸੀ ਸੰਗਤ ਦੀ। ਹਰ ਵਕਤ ਸਿੱਖ ਸੰਗਤ ਵਾਸਤੇ ਉਹਨੇ ਆਪਣੇ ਘਰ ਦਾ ਦਰਵਾਜ਼ਾ ਖੋਲਾ ਰੱਖਣਾ ਵੀ ਕੋਈ ਵੀ ਆ ਜਾਵੇ ਤੇ ਉਹਨੂੰ ਪ੍ਰਸ਼ਾਦੇ ਤੋਂ ਬਿਨਾਂ ਨਹੀਂ ਜਾਣ ਦੇਣਾ। ਉਹਨੂੰ ਪ੍ਰਸ਼ਾਦਾ ਛਕਾ ਕੇ ਭੇਜਣਾ, ਕਿਵੇਂ ਵੀ ਤਰੀਕੇ ਦਾ ਕੋਈ ਆ ਜਾਵੇ ਤੇ ਉਹਨੂੰ ਪ੍ਰਸ਼ਾਦਾ ਮਿਲੇਗਾ। ਜੇ ਕੱਪੜੇ ਦੀ ਲੋੜ ਹੈ ਕੱਪੜਾ ਮਿਲੇਗਾ, ਜੇ ਉਹਨੂੰ ਪੈਰਾਂ 'ਚ ਚੱਪਲ ਨਹੀਂ ਹੈਗੀ ਤੇ ਉਸ ਦੀ ਸੇਵਾ ਕੀਤੀ ਜਾਏਗੀ ਹਰ ਪ੍ਰਕਾਰ ਦੇ ਨਾਲ। ਹੁਣ ਇਹ ਜੋਗੀ ਕਹਿੰਦਾ ਚਲੋ ਸਾਧਾਂ ਦਾ ਜਿਹੜਾ ਸੁਭਾਅ ਹੁੰਦਾ ਨਾ ਉਹ ਪਰਉਪਕਾਰੀ ਹੁੰਦਾ ਹੈ, ਆਪਣੇ ਆਪ ਨੂੰ ਸਾਧੂ ਦੱਸਦਾ। ਤੇ ਕਹਿੰਦਾ ਚਲੋ ਆਪਾਂ ਭਾਈ ਤੀਰਥਾ ਨੂੰ ਦਰਸ਼ਨ ਦੇ ਕੇ ਆਉਣੇ ਆ। ਵੀ ਲੈ ਭਾਈ ਤੀਰਥਾ ਤੂੰ ਵੀ ਦਰਸ਼ਨ ਕਰ ਲੈ ਤੇ ਤੇਰਾ ਵੀ ਪਾਰ ਉਤਾਰਾ ਹੋ ਜਾਏਗਾ, ਤੈਨੂੰ ਵੀ ਸਵਰਗ ਮਿਲ ਜਾਏਗਾ। ਹੁਣ ਭਾਈ ਤੀਰਥਾ ਨੇ ਜਿਹੜਾ ਦਰਵਾਜ਼ਾ ਹਰ ਵਕਤ ਖੁੱਲਾ ਰਹਿੰਦਾ ਸੀ, ਉਹ ਦਰਵਾਜ਼ਾ ਬੰਦ ਕਰ ਲਿਆ। ਉਹ ਦਰਵਾਜ਼ਾ ਜਦੋਂ ਬੰਦ ਕੀਤਾ ਤੇ ਬਾਹਰ ਆਵਾਜ਼ਾਂ ਦਿੰਦਾ, ਕਹਿੰਦਾ ਭਾਈ ਤੀਰਥਾ ਤੂੰ ਦਰਸ਼ਨ ਕਰ ਲੇਗਾ ਤੇ ਤੈਨੂੰ ਸਵਰਗ ਮਿਲ ਜਾਏਗਾ। ਮੈਂ ਨਹੀਂ ਚਾਹੁੰਦਾ ਕਿ ਤੂੰ ਦਰਸ਼ਨਾਂ ਤੋਂ ਅਵੇਸਲਾ ਰਹਿ ਕੇ ਸਵਰਗ ਤੋਂ ਅਵੇਸਲਾ ਹੋ ਜਾਵੇਂ, ਸਵਰਗ ਤੋਂ ਵਾਂਝਾ ਰਹਿ ਜਾਵੇਂ। ਤੇ ਭਾਈ ਤੀਰਥਾ ਅੰਦਰੋਂ ਆਵਾਜ਼ ਦੇਦਾ, ਕਹਿੰਦਾ ਮੈਂ ਸਵਰਗ ਨਹੀਂ ਚਾਹੀਦਾ, ਮੈਨੂੰ ਇਹੋ ਜਿਹਾ ਬੈਕੁੰਠ ਨਹੀਂ ਚਾਹੀਦਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਜਿੰਨਾ ਚਿਰ ਅਸੀਂ ਇਹ ਆਸਾਂ ਲੈ ਕੇ ਰੱਬ ਨੂੰ ਜਪਿਆ ਕਿ ਮੈਨੂੰ ਸਵਰਗ ਮਿਲ ਜਾਵੇ, ਸਾਨੂੰ ਸਵਰਗ ਦੀ ਲਾਲਸਾ ਹੈ, ਪ੍ਰੇਮ ਨਹੀਂ ਪ੍ਰਮਾਤਮਾ ਨਾਲ, ਤਬ ਲੱਗ ਹੋਏ ਨਹੀਂ ਚਰਨ ਨਿਵਾਸ। ਕਿਵੇਂ ਚਰਨਾਂ ਦੇ ਵਿੱਚ ਨਿਵਾਸ ਹੋਏ? ਕਹੋ ਕਬੀਰ ਕਹੀਏ ਕਾਹੇ, ਕਹਿੰਦੇ ਨੇ ਮੈਂ ਕਿਉਂ ਕਵਾਂ ਮੈਨੂੰ ਬੈਕੁੰਠ ਚਾਹੀਦਾ ਹੈ। ਸਾਧ ਸੰਗਤ ਬੈਕੁੰਠ ਆਏ, ਆ ਸਾਧ ਸੰਗਤ ਬੈਕੁੰਠ ਨਹੀਂ ਹੈਗਾ। ਸਾਧ ਸੰਗਤ ਵੀ ਤਾਂ ਬੈਕੁੰਠ ਹੈ, ਸਵਰਗ ਹੈ। ਮੈਨੂੰ ਹੋਰ ਬੈਕੁੰਠ ਕਿਹੜਾ ਚਾਹੀਦਾ, ਹੋਰ ਸਵਰਗ ਮੈਨੂੰ ਕਿਹੜਾ ਚਾਹੀਦਾ ਹੈ? ਤੇ ਜੇ ਸਵਰਗ ਦੀ ਆਸ ਕਰਕੇ ਰੱਬ ਨੂੰ ਜਪਿਆ ਤੇ ਪ੍ਰੇਮ ਥੋੜੀ ਹੈ, ਤਾਂ ਲਾਲਸਾ ਇੱਕ ਲਾਲਚ ਹੈ, ਇੱਕ ਮੰਗ ਹੈ। ਤੇ ਕਹਿੰਦੇ ਨੇ ਭਾਈ ਤੀਰਥਾ ਮੈਂ ਨਹੀਂ ਚਾਹੁੰਦਾ ਵੀ ਤੂੰ ਵਾਂਝਾ ਰਹਿ ਜਾਓ। ਕਹਿੰਦੇ ਮੈਨੂੰ ਕੋਈ ਸਵਰਗ ਨਹੀਂ ਚਾਹੀਦਾ, ਮੈਂ ਤਾਂ ਹਰ ਵਕਤ ਹੀ ਸਵਰਗ ਦੇ ਵਿੱਚ ਰਹਿਣਾ ਹੈ, ਹਰ ਵਕਤ ਮੇਰਾ ਸਵਰਗ ਦੇ ਵਿੱਚ ਬਤੀਤ ਹੁੰਦਾ ਹੈ। ਤੂੰ ਕਿਹੜੇ ਸਵਰਗ ਦੀ ਗੱਲ ਕਰਦਾ ਹੈ? ਕਹਿੰਦੇ ਜਦੋਂ ਮੌਤ ਤੋਂ ਬਾਅਦ ਸਵਰਗ, ਕਹਿੰਦਾ ਉੱਥੇ ਤਾਂ ਜਾ ਕੇ ਕਿਸੇ ਨੇ ਵੇਖਿਆ ਹੀ ਨਹੀਂ ਹੈ ਵੀ ਉੱਥੇ ਸਵਰਗ ਮਿਲੇਗਾ ਨਰਕ ਮਿਲੇਗਾ, ਪਰ ਮੈਂ ਜਿਉਂਦਿਆਂ ਜੀ ਇੱਥੇ ਸਵਰਗ ਦੇ ਵਿੱਚ ਆ। ਫਿਰ ਉਹ ਜੋਗੀ ਨਾ ਗੋਡੇ ਭਾਰ ਹੋ ਕੇ ਤੇ ਹੱਥ ਜੋੜ ਕੇ ਤੇ ਨੀਵੀਂ ਪਾ ਕੇ ਤੇ ਦਰਵਾਜ਼ੇ ਅੱਗੇ ਬਹਿ ਗਿਆ ਤੇ ਕਹਿੰਦਾ ਭਾਈ ਤੀਰਥਾ ਮੈਂ ਹਾਰ ਗਿਆ। ਹੁਣ ਮੈਂ ਪਹਿਲਾਂ ਤੈਨੂੰ ਦਰਸ਼ਨ ਦੇਣ ਵਾਸਤੇ ਆਇਆ ਸੀ ਨਾ, ਕਿ ਮੈਂ ਜੋਗੀ ਆਇਆ ਸੀ ਪਹਿਲਾਂ ਵੀ ਮੈਂ ਤੈਨੂੰ ਦਰਸ਼ਨ ਦੇਣੇ ਨੇ। ਹੁਣ ਮੈਂ ਤੇਰੇ ਅੱਗੇ ਅਰਦਾਸ ਕਰਦਾ ਵੀ ਹੁਣ ਤੂੰ ਮੈਨੂੰ ਆਣ ਕੇ ਦਰਸ਼ਨ ਦੇ। ਮੈਂ ਵੇਖਣਾ ਚਾਹੁੰਦਾ ਹੈ ਕਿ ਉਹ ਕਿਹੋ ਜੀ ਰੂਹ ਹੈ ਜਿਹੜੀ ਸਵਰਗ ਨੂੰ ਵੀ ਮੰਨਦੀ ਨਹੀਂ ਹੈ, ਜਿਹੜੀ ਸਵਰਗ ਦੇ ਵਿੱਚ ਵੀ ਨਹੀਂ ਜਾਣਾ ਚਾਹੁੰਦੀ। ਭਾਈ ਤੀਰਥਾ ਨੇ ਕਿਹਾ ਮੈਂ ਕਿਹੜੇ ਸਵਰਗ ਦੀ ਗੱਲ ਕਰਦਾ, ਮੇਰੇ ਦਰਸ਼ਨ ਕਰਨ ਨਾਲ ਕੁਛ ਨਹੀਂ ਹੋਣਾ। ਜੇ ਦਰਸ਼ਨ ਕਰਨੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਦੇ ਜਾ ਕੇ ਕਰ, ਗੁਰੂ ਸਾਹਿਬ ਜੀ ਦੇ ਘਰ ਜਾ ਕੇ ਕਰ। ਉਹ ਕਹਿੰਦਾ ਚੱਲ ਮੈਨੂੰ ਆਪਦੇ ਗੁਰੂ ਕੋਲ ਹੀ ਲੈ ਜਾ। ਫਿਰ ਇਹ ਗੁਰੂ ਕੋਲ ਲੈ ਕੇ ਆਏ, ਗੁਰੂ ਅਰਜਨ ਸਾਹਿਬ ਜੀ ਦੇ ਕੋਲ ਲੈ ਕੇ ਆਏ ਭਾਈ ਤੀਰਥਾ ਜੀ। ਅਸਲ ਦੇ ਵਿੱਚ ਕੀ ਹੈ, ਉਹਨਾਂ ਨੂੰ ਇਹ ਸੀ ਕਿ ਇੱਕ ਆਮ ਇਨਸਾਨ ਉਹ ਕਿਵੇਂ ਸੁਰਗ ਕਹਿ ਸਕਦਾ ਹੈ, ਕਿ ਜਦੋਂ ਕਿ ਗੁਰੂ ਨੇ ਵੀ ਇਹ ਆਖਿਆ ਵੀ
स्वर्ग नरक करके जपिया रब नूं की जपिया। ये तो प्रेम की खेड है। जिन प्रेम की तिन ही प्रभ पायो। जिन्हां ने प्रेम किया उन्होंने परमात्मा नूं लभ लिया, परमात्मा नूं जप लिया। ते गुरबाणी कहती जे जपण वास्ते तोरी पए हो ना, फिर हुण रस्ते दीआं रुकावटां नूं छड्ड देना। अब तो जरे मरे सिद्ध पाईए लीनो हाथ सिंदौरा। कहते ने हुण तां जरे मरे सिद्ध पाईए। ਜਦੋਂ ਇਸਤਰੀ ਨੂੰ ਸਤੀ ਕੀਤਾ ਜਾਂਦਾ ਸੀ ਪਹਿਲੇ ਸਮੇਂ ਦੇ ਵਿੱਚ, ਉਹਦੇ ਹੱਥ ਦੇ ਵਿੱਚ ਨਰੇਲ ਫੜਾ ਕੇ ਉੱਤੇ ਸੰਧੂਰ ਮਲ ਦਿੱਤਾ ਜਾਂਦਾ ਸੀ, ਹੱਥ ਦੇ ਵਿੱਚ ਚੌਲ ਫੜਾ ਦਿੱਤੇ ਜਾਂਦੇ ਸੀ, ਪਿੱਛੇ ਨੂੰ ਸੁੱਟਣੇ ਤੇ ਪਿੰਡ ਦਾ ਗੇੜਾ ਕੱਢਣਾ। ਤੇ ਕਹਿੰਦੇ ਫਿਰ ਉਹ ਆਪਣਾ ਪਤੀ ਦਾ ਜਿਹੜਾ ਸਿਰ ਸੀ ਉਹ ਗੋਦ ਦੇ ਵਿੱਚ ਰੱਖਦੀ ਸੀ ਤੇ ਚਿਖਾ ਦੇ ਉੱਤੇ ਬੈਠ ਜਾਂਦੀ ਸੀ, ਸਰੀਰ ਨੂੰ ਸਾੜ ਦਿੱਤਾ ਜਾਂਦਾ ਸੀ। ਕਹਿੰਦੇ ਵੀ ਇਹਦਾ ਮਤਲਬ ਸੀ ਵੀ ਹੁਣ ਇਹ ਪੂਰਨ ਤੌਰ ਤੇ ਸਤੀ ਹੋਣ ਵਾਸਤੇ ਤਿਆਰ ਹੈ। ਪਰ ਕਹਿੰਦੇ ਜੇ ਜਿੰਨਾ ਚਿਰ ਉਹਦੇ ਹੱਥ ਦੇ ਵਿੱਚ ਨਰੇਲ ਨਹੀਂ ਫੜਾਇਆ ਜਾਂਦਾ ਸੀ ਉਹਨਾਂ ਚਿਰ ਉਹਨੂੰ ਸਤੀ ਨਹੀਂ ਕੀਤਾ ਜਾਂਦਾ। ਇਵੇਂ ਕਰਕੇ ਕਹਿੰਦੇ ਨੇ ਸੂਰ ਕੇ ਸਨਮੁਖ ਰਨ ਤੇ ਡਰ ਪੇ ਸਤੀ ਕੇ ਸਾਂਚੇ ਭਾਂਡੇ। ਹੁਣ ਚੱਲੀ ਤਾਂ ਉਹ ਸਤੀ ਹੋਣ ਵਾਸਤੇ ਹੈ, ਚੱਲੀ ਉਹ ਪਤੀ ਦੇ ਨਾਲ ਮਰਨ ਵਾਸਤੇ ਹੈ, ਪਰ ਕਹਿੰਦੀ ਮੈਂ ਭਾਂਡੇ ਸਾਂਭ ਲਵਾਂ, ਮੈਂ ਆਪਦੇ ਘਰ ਦਾ ਖਲਾਰਾ ਸਾਂਭ ਲਵਾਂ, ਤੈਨੂੰ ਕੀ ਲੈਣਾ ਖਲਾਰੇ ਦੇ ਨਾਲ, ਤੂੰ ਤਾਂ ਹੁਣ ਸਤੀ ਹੋ ਜਾਣਾ ਹੈ। ਇਵੇਂ ਕਹਿੰਦੇ ਨੇ ਚੱਲਿਆ ਤਾਂ ਬੰਦਾ ਰੱਬ ਨੂੰ ਮਿਲਣ ਵਾਸਤੇ ਹੈ, ਚੱਲਿਆ ਤਾਂ ਪ੍ਰੇਮ ਕਰਨ ਵਾਸਤੇ ਹੈ, ਪਰ ਰਸਤੇ ਦੇ ਵਿੱਚ ਰੁਕਾਵਟਾਂ ਕਿਹੜੀਆਂ ਪੈ ਗਈਆਂ, ਭੇਖ ਪੈ ਕੇ ਹੋਰ ਕਿੰਨੇ ਕਰਮ ਪੈ ਗਏ। ਕਦੀ ਕਿਤੇ ਮੱਥਾ ਟੇਕ ਲਿਆ, ਕਦੀ ਕਿਤੇ ਮੱਥਾ ਟੇਕ ਲਿਆ, ਕਦੀ ਕਿਸੇ ਨੇ ਕਹਿ ਦਿੱਤਾ ਵੀ ਨਹੀਂ ਇਵੇਂ ਕਰਨਾ ਚਾਹੀਦਾ ਹੈ, ਫਿਰ ਉਹਦੇ ਮਗਰ ਲੱਗ ਗਿਆ। ਕਦੀ ਕਿਸੇ ਨੇ ਕਹਿ ਦਿੱਤਾ, ਕਦੀ ਇਹਦੇ ਅੰਦਰ ਪ੍ਰੇਮ ਬਣ ਜਾਂਦਾ, ਕਦੀ ਇਹਦੇ ਅੰਦਰ ਕੁਛ, ਕਦੀ ਸਵਰਗ ਦੀ ਆਸ ਕਰਦਾ, ਕਦੀ ਨਰਕ ਤੋਂ ਡਰ ਕੇ ਪ੍ਰਮਾਤਮਾ ਨੂੰ ਜਪਦਾ। ਕਹਿੰਦੇ ਨਹੀਂ, ਅਬ ਤੋਂ ਜਰੇ ਮਰੇ ਸਿੱਧ ਪਾਈਏ। ਹੁਣ ਤੂੰ ਛੱਡ ਦੇ ਬਾਕੀ ਗੱਲਾਂ, ਹੁਣ ਤਾਂ ਭਾਵੇਂ ਮਰੀਏ ਭਾਵੇਂ ਜੀਵੀਏ, ਹੁਣ ਤਾਂ ਸਤੀ ਨੂੰ ਛੱਡਣਾ ਹੀ ਪੈਣਾ। ਤੇ ਜੇ ਤੂੰ ਆ ਹੀ ਗਿਆ ਗੁਰੂ ਕੋਲੇ, ਫਿਰ ਉਹਨੂੰ ਭੱਜਣ ਦੀ ਲੋੜ ਨਹੀਂ, ਹੁਣ ਤੂੰ ਇੱਥੇ ਰਹਿ ਕੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪ। ਭਾਈ ਤੀਰਥਾ ਕਹਿੰਦਾ ਇਸ ਕਰਕੇ ਮੈਂ ਸਵਰਗ ਆਸ ਨਹੀਂ ਰੱਖਦਾ, ਸਵਰਗਾਂ ਨਰਕਾਂ ਦੀ ਮੈਨੂੰ ਜਿਉਂਦਿਆਂ ਜੀ ਸਵਰਗ ਮਿਲਿਆ ਹੋਇਆ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ, ਸੂਰਾ ਆਤਮ ਜਿਣੇ ਸਗਲ ਵਸ ਤਾਕੇ। ਉਹ ਕਹਿੰਦਾ ਜੋਗੀ ਜਾ ਤੂੰ ਚਲਾ ਜਾ ਇੱਥੋਂ, ਮੈਨੂੰ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਹੈ। ਔਰ ਅੱਜ ਦਾ ਸਿੱਖ ਜਿਹੜਾ ਉਹ ਟੂਣਿਆਂ ਤੋਂ ਡਰ ਜਾਂਦਾ, ਕਹਿੰਦੇ ਵੀ ਟੂਣਾ ਕਰ ਦਿੱਤਾ ਕਿਸੇ ਨੇ, ਕਹਿੰਦੇ ਬੱਚੇ ਨੂੰ ਨਜ਼ਰ ਲਾ ਦਿੱਤੀ। ਤੁਹਾਡੇ ਤੋਂ ਵੱਧ ਨਜ਼ਰ ਕੌਣ ਲਾ ਸਕਦਾ ਹੈ? ਹਰ ਵੇਲੇ ਬੱਚੇ ਨੂੰ ਕਹਿੰਦੇ ਮੇਰਾ ਪੁੱਤ ਬੜਾ ਪਿਆਰਾ ਹੈ, ਮਾਂ ਨੇ ਨਜ਼ਰ ਲਾਤੀ ਹੈ ਨਾ, ਬਾਪੂ ਨੇ ਆਪ ਹੀ ਲਾ ਕੇ ਤੇ ਲੋਕਾਂ ਨੂੰ ਬਦਨਾਮ ਕਰ ਦਿੱਤਾ ਨਜ਼ਰ ਲਾ ਕੇ। ਸਤਿਗੁਰੂ ਜੀ ਕਹਿੰਦੇ ਨੇ ਸਤ ਪੇਖਣਹਾਰ ਦਰਸ਼ਨ ਸਤ, ਪਰਮਾਤਮਾ ਜੀ ਦੇ ਦਰਸ਼ਨ ਸਤ ਨੇ ਤੇ ਸਤ ਪੇਖਣਹਾਰ ਦਰਸ਼ਨ ਪਰਸਿਆ। ਗੁਰੂ ਕੇ ਜਨਮ ਮਰਨ ਦੁੱਖ ਜਾਏ, ਗੁਰੂ ਦੇ ਦਰਸ਼ਨ ਪਰਸੇ ਤੇ ਕਹਿੰਦੇ ਜਨਮਾਂ ਜਨਮਾਤਰਾਂ ਦੇ ਦੁੱਖ ਲੈ ਗਏ। ਉਹਨੂੰ ਦਰਸ਼ਨ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਲੋਕਾਂ ਨੇ ਕੀਤੇ ਹੋਣਗੇ ਤੇ ਜਦੋਂ ਉਦਾਸੀਆਂ ਤੇ ਗਏ ਹੋਣਗੇ ਨਾ, ਕੋਈ ਵੱਡੀਆਂ ਚੋਲੇ ਨਹੀਂ ਪਾਏ ਹੋਣੇ, ਵਧੀਆ ਚੋਲੇ ਨਹੀਂ ਪਾਏ ਹੋਣੇ। ਤੁਹਾਨੂੰ ਇਹ ਜਦੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ, ਕਈਆਂ ਪਿੰਡਾਂ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਿੰਡ 'ਚ ਨਾ ਵੜਨ ਦਿੱਤਾ। ਕਹਿੰਦੇ ਕਿਉਂ? ਕਹਿੰਦੇ ਤੁਹਾਡੇ ਨਾਲ ਆ ਜਿਹੜਾ ਮਰਦਾਨਾ ਹੈ ਨਾ, ਇਹ ਨੀਵੀਂ ਕੁੱਲ ਵਾਲਾ ਹੈ, ਮਿਰਾਸੀ ਹੈ। ਉਹ ਕਹਿੰਦੇ ਵੀ ਅਸੀਂ ਤਾਂ ਸੱਚ ਨਾਲ ਜੋੜਨ ਵਾਸਤੇ ਆਏ ਆ। ਉਹ ਕਹਿੰਦੇ ਨਹੀਂ, ਦੌੜ ਜਾਓ, ਤੁਹਾਡਾ ਇਸ ਪਿੰਡ ਦੇ ਵਿੱਚ ਨਿਵਾਸ ਕੋਈ ਨਹੀਂ ਹੈ, ਤੁਹਾਨੂੰ ਇਸ ਪਿੰਡ ਦੇ ਵਿੱਚ ਨਿਵਾਸ ਨਹੀਂ ਮਿਲੇਗਾ। ਤੇ ਗੁਰੂ ਨਾਨਕ ਸਾਹਿਬ ਜੀ ਜੰਗਲਾਂ ਦੇ ਵਿੱਚ ਬਹਿ ਕੇ ਤੇ ਫਿਰ ਵੀ ਉਹਨਾਂ ਨੇ ਹੌਸਲਾ ਨਹੀਂ ਹਾਰਿਆ, ਉਹਨਾਂ ਨੇ ਛੱਡਿਆ ਨਹੀਂ ਗੁਰੂ ਨੂੰ। ਇਹ ਨਹੀਂ ਕਿ ਜਿਵੇਂ ਅੱਜ ਆਪਾਂ ਨੂੰ ਕਿਸੇ ਨੇ ਕਹਿ ਦਿੱਤਾ ਵੀ ਤੂੰ ਗੁਰਦੁਆਰੇ ਤੇ ਜਾਣਾ ਪਰ ਤੇਰੀ ਬਿਰਤੀ ਠੀਕ ਨਹੀਂ ਹੈਗੀ, ਆਪਾਂ ਕਹਿੰਦੇ ਨਹੀਂ ਉੱਥੇ ਤਤਾਨੇ ਵੱਜਦੇ ਆ। ਪਰ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ? ਕਹਿੰਦੇ ਨੇ ਹਰ ਜਨ ਰਾਮ ਨਾਮ ਗੁਣ ਗਾਵੇ। ਰੱਬ ਦਾ ਸੇਵਕ ਰੱਬ ਦੇ ਗੁਣ ਗਾਉਂਦਾ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਰੱਬ ਦੇ ਪਿਆਰੇ ਦੀ ਨਿੰਦਿਆ ਕਰ ਵੀ ਦੇਵੇ, ਆਪਣਾ ਗੁਣ ਨਾ ਗਵਾਵੇ। ਉਹਦਾ ਆਪਣਾ ਜਿਹੜਾ ਗੁਣ ਹੈ ਰੱਬ ਨੂੰ ਜਪਣ ਦਾ, ਪ੍ਰਮਾਤਮਾ ਨੂੰ ਜਪਣ ਦਾ, ਵਾਹਿਗੁਰੂ ਦੀ ਬੰਦਗੀ ਕਰਨ ਦਾ, ਗੁਣ ਛੱਡਦਾ ਨਹੀਂ, ਭਾਵੇਂ ਕੋਈ ਕਿੰਨੀ ਨਿੰਦਿਆ ਕਰੀ ਜਾਵੇ। ਪੜੋ ਸਾਰੀ ਗੁਰਬਾਣੀ, ਜਿੰਨੇ ਭਗਤ ਹੋਏ ਭਗਤ ਧੰਨਾ ਜੀ ਨੂੰ ਲੋਕਾਂ ਨੇ ਤਾਨੇ ਹੀ ਮਾਰੇ। ਕਬੀਰ ਸਾਹਿਬ ਜੀ ਨੂੰ ਕਿਹਾ ਤੂੰ ਜਲਾਹਾਂ ਹੈ, ਤੇਰੀ ਜਾਤ ਛੋਟੀ ਹੈ। ਨਾਮਦੇਵ ਜੀ ਨੂੰ ਲੋਕਾਂ ਨੇ ਤਾਨੇ ਮਾਰੇ, ਕਿੰਨੇ ਭਗਤ ਨੇ, ਪਰ ਉਹ ਫਿਰ ਵੀ ਕਹਿੰਦੇ ਨੇ ਕਿ ਮੈਂ ਰੱਬ ਰੱਬ ਕਰਦਾ, ਮੈਨੂੰ ਛੱਡਣ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਜੀ ਨੂੰ, ਜਿਨ੍ਹਾਂ ਨੂੰ ਆਪਾਂ ਰੱਬ ਰੱਬ ਕਹਿੰਦੇ ਆ, ਪ੍ਰਤੱਖ ਕਹਿੰਦੇ ਆ, ਅਕਾਲ ਪੁਰਖ ਪਰਮਾਤਮਾ ਕਹਿੰਦੇ ਆ, ਕਾਜ਼ੀ ਉਹਨਾਂ ਨੂੰ ਲੱਤਾਂ ਮਾਰਦਾ ਹੈ। ਔਰ ਸਭ ਤੋਂ ਵੱਡੀ ਗੱਲ, ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ, ਇਸ ਤੋਂ ਵੱਡਾ ਕਿਹੜਾ ਅੰਦਰ ਪਰਮਾਤਮਾ ਦਾ ਨਾਮ ਹੋ ਸਕਦਾ ਹੈ ਕਿ ਜਿਹੜਾ ਕਵੇ ਤੁਸੀਂ ਆਪਣਾ ਧਰਮ ਛੱਡ ਦਿਓ। ਉਹ ਕਹਿੰਦੇ ਕੋਈ ਨਹੀਂ, ਤੂੰ ਤੱਤੀ ਤਵੀ ਤੇ ਬਿਠਾਉਣਾ ਚਾਹੁੰਦਾ ਬਿਠਾ ਦੇ, ਤੱਤੀ ਰੇਤ ਸਿਰ 'ਚ ਪਾਉਣੀ ਚਾਹੁੰਦਾ ਪਾ ਦੇ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਰੱਬ ਦਾ ਨਾਮ ਨਹੀਂ ਛੱਡ ਸਕਦੇ। ਅਸੀਂ ਵਾਹਿਗੁਰੂ ਦਾ ਨਾਮ
ਨਹੀਂ ਛੱਡ ਸਕਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਉਹ ਵੀ ਪੇਖਣ ਵਾਲਾ ਵੀ ਸੱਤ ਹੋ ਜਾਂਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਨਾਮ ਸੱਚ ਹੈ, ਧਿਆਉਣ ਵਾਲਾ ਵੀ ਸੱਚ ਹੀ ਹੋ ਜਾਂਦਾ, ਫਿਰ ਉਹ ਵੀ ਉਹਦੇ ਨਾਲ ਪ੍ਰਮਾਤਮਾ ਨਾਲ ਮਿਲ ਜਾਂਦਾ ਹੈ। ਆਪ ਸੱਤ, ਸੱਤ ਸਭ ਧਾਰੀ, ਪ੍ਰਮਾਤਮਾ ਆਪ ਸੱਚ ਹੈ, ਉਹਦੀ ਜਿਹੜੀ ਕੁਦਰਤ ਹੈ ਉਸ ਕੁਦਰਤ ਨੂੰ ਮਾੜਾ ਕਹਿਣ ਵਾਲਾ ਝੂਠਾ ਹੈ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸੱਚਾ ਜਾਣ ਲਿਆ ਉਹਦੇ ਲਈ ਸਾਰਾ ਸੰਸਾਰ ਵੀ ਸੱਚਾ ਹੀ ਹੈ, ਮੰਦਾ ਕੋਈ ਨਹੀਂ, ਕਿਸੇ ਨੂੰ ਨਹੀਂ ਆਖਿਆ ਗਿਆ। ਤੇ ਸਤਿਗੁਰੂ ਜੀ ਅਖੀਰਲੀਆਂ ਪੰਕਤੀਆਂ 'ਚ ਕਹਿੰਦੇ ਨੇ ਅਕਾਲ ਪੁਰਖ ਪ੍ਰਮਾਤਮਾ ਬੁੱਝਨਹਾਰ ਕੋ ਸਤ ਸਭ ਹੋਏ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਬੁੱਝ ਲਿਆ ਨਾ, ਉਹ ਆਪਦੇ ਭੈਣ ਭਰਾਵਾਂ ਨੂੰ ਤਾਂ ਕੀ ਮਾੜਾ ਆਖਣਾ, ਉਹ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ, ਉਹ ਸਭ ਨੂੰ ਪਿਆਰ ਨਾਲ ਵੇਖਦੇ ਨੇ। ਜੇ ਆਖੀ ਕਿ ਪਿਆਰ ਨਾਲ ਕਿਵੇਂ ਵੇਖਿਆ ਜਾਵੇ, ਦੁਸ਼ਮਣ ਸਾਨੂੰ ਮਾਰਦਾ ਹੋਵੇ ਤੇ ਅਸੀਂ ਉਹਨੂੰ ਪਿਆਰ ਨਾਲ ਵੇਖੀਏ, ਤੇ ਭਾਈ ਕਨ੍ਹਈਆ ਜੀ ਕੀ ਕਰਦੇ ਸਨ? ਇਸ ਤੋਂ ਵੱਡੀ ਉਦਾਹਰਨ ਕੋਈ ਹੋ ਸਕਦੀ ਹੈ? ਕੋਈ ਨਹੀਂ ਹੈਗੀ ਸੰਸਾਰ ਦੇ ਵਿੱਚ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸਗੋਂ ਉਹਨਾਂ ਨੂੰ ਹੋਰ ਵੀ ਕਹਿੰਦੇ ਨੇ, ਕਹਿੰਦੇ ਤੂੰ ਪਾਣੀ ਦੀ ਛੱਡ, ਤੂੰ ਤਾਂ ਉਹਨਾਂ ਨੂੰ ਮਲਮ ਪੱਟੀ ਵੀ ਕਰ ਦਿਆ ਕਰ। ਇਹ ਤੋਂ ਵੱਡੀ ਹੋਰ ਉਦਾਹਰਨ ਕੋਈ ਨਹੀਂ ਹੋ ਸਕਦੀ। ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਨਾਨਕ ਸਤ ਸਤ ਪ੍ਰਭ ਸੋਏ, ਅਕਾਲ ਪੁਰਖ ਪ੍ਰਮਾਤਮਾ ਸੱਤ ਹੈ, ਉਹਨੂੰ ਜਪਣ ਵਾਲਾ ਬੰਦਾ ਵੀ ਸੱਚ ਹੋ ਜਾਂਦਾ ਹੈ। ਸਦੀਵ ਕਾਲ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਹੁਕਮ ਦੇ ਵਿੱਚ ਚੱਲਦਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਵੀ ਆਪਣਾ ਨਾਮ ਬਖਸ਼ ਕੇ ਸਾਨੂੰ ਵੀ ਅਕਾਲ ਪੁਰਖ ਪ੍ਰਮਾਤਮਾ ਆਪਣੇ ਨਾਲ ਮਿਲਾ ਲਵੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭਨਾਂ ਨੂੰ ਦੇਹ ਰੋਗਤਾ ਦੀਆਂ ਦਾਤਾਂ, ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ।